पता ही है ओके, भाई। मैं ਸਕਰੀਨ ਪ੍ਰੈਜ਼ੈਂਟ ਕਰਦਾ। Yeah, bro. ਸਕਰੀਨ Go ਟੂ ahead. ਸ਼ੇਅਰ। ਆਪਾਂ ਕੱਲ ਕਿੱਥੇ ਸੀ ਯਾਦ ਹੈ? assigned to the instance. A public IP address is an IPv4 address that's ਆਪਾਂ bro ਅੱਜ ਲਾਂਚ ਇੰਸਟੈਂਸ ਬਣਾਉਣਾ ਸੀਗਾ ਤੇ ਆਪਾਂ ਕੀ ਬਣਾ ਰਹੇ ਸੀਗੇ ਆਪਾਂ ਸਾਰੇ ਆਪਸ਼ਨ ਦੇਖਣੇ ਆਪਾਂ ਸੀਗੇ। ਬੇਸਿਕਲੀ ਦੇ ਸਾਰੇ ਟੈਗਸ ਦੇਖਣੇ ਸੀ, ਲਾਈਕ ਓਕੇ ਠੀਕ ਹੈ, ਮਤਲਬ ਜਿਹੜੀ ਵੀ ਆਪਾਂ ਨੂੰ ਚੀਜ਼ਾਂ ਮਿਲਦੀਆਂ ਨੇ ਤੇ ਯਾ ਆਪਾਂ ਇਹ ਸਭ ਦੇਖਣਾ ਸੀ, ਰਾਈਟ ਓਕੇ। ਮਿਲਦੀ ਨੇ। ਯਾ bro। ਠੀਕ ਹੈ, ਚਲੋ ਆਪਾਂ ਦੇਖ ਲੈਂਦੇ ਅਸੀਂ ਦੇਖ ਲੈਂਦੇ ਹਾਂ, ਠੀਕ ਹੈ ਓਕੇ। ਆਪਾਂ ਸਭ ਤੋਂ ਪਹਿਲਾਂ ਨੇਮਸ ਐਂਡ ਟੈਗਸ ਤੇ ਆਉਂਦੇ ਹਾਂ, ਠੀਕ ਹੈ। ਵਾਟ ਆਰ ਨੇਮਸ ਐਂਡ ਟੈਗਸ? ਸਭ ਤੋਂ ਪਹਿਲਾਂ ਆਪਾਂ ਆਪਣੇ ਇੰਸਟੈਂਸ ਨੂੰ ਨੇਮ ਦੇਵਾਂਗੇ। ਲੈਟਸ ਨੇਮ ਇਟ ਵੈਬ ਸਰਵਰ, ਜੋ ਵੀ ਨਾਮ ਦੇਣਾ ਆਪਾਂ, ਠੀਕ ਹੈ। ਇਹ ਚੀਜ਼ ਤਾਂ ਕਾਫੀ ਸਿੰਪਲ ਹੋ ਗਈ ਕਿ ਇਹ ਤੁਹਾਡਾ ਇੰਸਟੈਂਸ ਦਾ ਨੇਮ ਹੋ ਗਿਆ, ਰਾਈਟ ਓਕੇ। ਇੱਕ ਇਹਦੇ ਵਿੱਚ ਤੁਹਾਨੂੰ ਆਪਸ਼ਨ ਐਕਸਟਰਾ ਦਿਖੇਗੀ, ਐਡ ਐਡੀਸ਼ਨਲ ਟੈਗਸ, ਠੀਕ ਹੈ। ਠੀਕ ਹੈ ਆਪਾਂ bro। ਚੂਜ਼ ਕਰਦੇ ਹਾਂ, ਠੀਕ ਹੈ। ਹੁਣ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੇਗਾ ਕੀ ਤੇ ਵੈਲਿਊ ਪੇਅਰ ਦਿਖੇਗਾ, ਰਾਈਟ। ਕੀ ਵੈਲਿਊ ਯਾ ਤੇ ਰਿਸੋਰਸ ਕੀ ਹੈ? ਇੰਸਟੈਂਸ ਹੈ, ਠੀਕ ਹੈ। ਮਤਲਬ ਦੇਖੋ ਹੁਣ ਇਹਦੇ ਵਿੱਚ ਆਪਾਂ ਜੇ ਦੇਖਿਆ ਜਾਵੇ, ਆਪਾਂ ਨੂੰ ਆਪਣੇ ਕੋਲ ਇੱਕ ਕੀ ਹੈ, ਆਪਣੇ ਕੋਲ ਉਹਦੀ ਇੱਕ ਵੈਲਿਊ ਹੈ, ਠੀਕ ਹੈ। ਆਪਾਂ ਇਹਨੂੰ ਇੱਕ ਟਾਈਪ ਦੇਤਾ ਜੋ ਕਿ ਹੈ ਇੰਸਟੈਂਸ, ਕਿ ਆਪਾਂ ਕਹਤਾ ਆ ਵੈਬ ਸਰਵਰ ਇੱਕ ਇੰਸਟੈਂਸ ਹੈ, ਠੀਕ ਹੈ। ਠੀਕ ਹੈ ਜੇ bro। ਮੈਂ ਇਹਨੂੰ ਦਵਾਂ ਕਿ ਲੈਟਸ ਡਿਪਾਰਟਮੈਂਟ, ਆਪਾਂ ਇਹਨੂੰ ਕੀ ਦੇਤੀ? ਡਿਪਾਰਟਮੈਂਟ, ਠੀਕ ਹੈ। ਇਹ ਡਿਪਾਰਟਮੈਂਟ ਯੂਜ਼ ਕਰਨਗੇ ਮਾਰਕੀਟਿੰਗ ਵਾਲੇ, ਠੀਕ ਹੈ। ਆ ਮਾਰਕੀਟਿੰਗ ਵਾਲਿਆਂ ਦੇ ਲਈ ਆਪਣਾ ਇੱਕ ਵੈਬ ਸਰਵਰ ਹੈ, ਆਪਾਂ ਇਹ ਦੇਤਾ ਇਹਨੂੰ, ਠੀਕ ਹੈ। ਇੱਕ ਇੰਸਟੈਂਸ ਹੀ ਹੈ, ਆਪਾਂ ਇਹਨੂੰ ਵੋਲਿਊਮ ਵੀ ਦੇ ਸਕਦੇ ਵੀ ਇਹਦੇ ਵਿੱਚ ਵੋਲਿਊਮ ਜੇ ਆਪਾਂ ਸਿਲੈਕਟ ਕਰਨੀ ਹੋਵੇ ਆਪਾਂ ਇਹਨੂੰ ਵੋਲਿਊਮ ਵੀ ਦੇ ਸਕਦੇ ਹਾਂ, ਠੀਕ ਹੈ। ਕਿ ਆਪਾਂ ਇਹਦੇ ਨਾਲ ਵੋਲਿਊਮ ਵੀ ਅਟੈਚ ਕਰਾਂਗੇ ਕਿਉਂਕਿ, ਠੀਕ ਹੈ। ਤਾਂ ਆਪਾਂ ਇਹ ਕੀ ਵੈਲਿਊ ਪੇਅਰ ਨਾਲ ਹੁੰਦਾ ਕੀ ਹੈ? ਆਈ ਵਿਲ ਜਸਟ ਗੋ, ਇੱਕ ਤਾਂ ਡਰਾਇੰਗ ਕਰਨੀ ਪੈਂਦੀ ਹੈ ਰੋਜ਼ ਆਪਾਂ ਨੂੰ, ਸਮਝਾਉਣ 'ਚ ਬੜਾ ਮਜ਼ਾ ਆਉਂਦਾ ਇਹ 'ਚ ਡਰਾਇੰਗ ਕਰਕੇ ਓਕੇ ਨਹੀਂ ਵਧੀਆ ਵਧੀਆ bro। ਹਾਂ। ਤੇ ਆਪਣੇ ਕੋਲ ਲੈਟਸ ਸੇ ਇੱਕ ਕੀ ਆ ਗਈ, ਠੀਕ ਹੈ, ਉਹਦੀ ਇੱਕ ਵੈਲਿਊ ਆ ਗਈ, ਠੀਕ ਹੈ। ਹੁਣ ਮੰਨ ਲਓ ਆਪਣੇ ਕੋਲ ਤਾਂ ਇਹ ਇੱਕ ਇੰਸਟੈਂਸ ਲਈ ਕਰ ਰਹੇ ਹਾਂ ਆਪਾਂ, ਰਾਈਟ। ਨੇਮ, ਉਹਦੀ ਵੈਲਿਊ, ਆਪਾਂ ਮੰਨ ਲਓ ਇੱਕ ਨਵੀਂ ਕੀ ਵੈਲਿਊ ਬਣਾਤੀ ਡਿਪਾਰਟਮੈਂਟ, ਜੋ ਆਪਾਂ ਹਰੇਕ ਇੰਸਟੈਂਸ ਨੂੰ ਦੇ ਰਹੇ ਹਾਂ, ਠੀਕ ਹੈ। ਇਹ ਇੰਸਟੈਂਸ ਨੂੰ ਆਪਾਂ ਇਹ ਦੇਤੀ। ਇੱਕ ਹੋਰ ਮੇਰੇ ਕੋਲ ਇੰਸਟੈਂਸ ਹੈ, ਓਕੇ, ਇਹਨੂੰ ਮੈਂ ਡਿਪਾਰਟਮੈਂਟ ਦੇਤਾ, ਇਹਦਾ ਵੀ ਡਿਪਾਰਟਮੈਂਟ ਮੰਨ ਲਓ ਮਾਰਕੀਟਿੰਗ ਹੈ, ਠੀਕ ਹੈ। ਮੰਨ ਲਓ ਮੇਰੇ ਕੋਲ ਕੁਛ ਹੋਰ ਇੰਸਟੈਂਸ ਨੇ ਇੱਥੇ, ਠੀਕ ਹੈ, 5-6 ਇੰਸਟੈਂਸ ਨੇ ਮੇਰੇ ਕੋਲ, ਜਾਂ ਕਈ ਕੰਪਨੀ ਕੋਲ ਜ਼ਿਆਦਾ ਹੁੰਦੇ ਆ ਕਿਉਂਕਿ ਆਪਾਂ ਨੂੰ ਮੈਨੇਜ ਕਰਨੇ ਪੈਂਦੇ ਜਾਂ ਆਪਾਂ ਨੂੰ ਹੁਣ ਉਹਦਾ ਆਪਾਂ ਰੀਜਨ ਦੇ ਸਕਦੇ ਹਾਂ, ਪਰ ਆਪਾਂ ਰੀਜਨ ਨੂੰ ਤਾਂ ਪਹਿਲੇ ਫਿਲਟਰ ਕਰ ਸਕਦੇ ਹਾਂ ਕਿਉਂਕਿ ਪਤਾ ਹੀ ਹੁੰਦਾ ਆਪਾਂ ਨੂੰ, ਠੀਕ ਹੈ। ਜਾਂ ਆਪਾਂ ਕੁਛ ਹੋਰ ਦਿੱਤਾ ਵੀ ਇਹ ਯੂਜ਼ ਬੇਸਿਕਲੀ ਮੈਂ ਪੰਜਾਬ ਦਾ ਸਾਰੇ ਦਾ ਰੀਜਨ ਤਾਂ ਮੁੰਬਈ ਹੋਏਗਾ, ਹੁਣ ਮੈਂ ਪੰਜਾਬ ਲਈ ਇੱਕ ਅੱਡ ਰੀਜਨ ਬਣਾਤਾ, ਤਾਂ ਆਪਾਂ ਇਹ ਸਭ ਲਈ ਆਪਾਂ ਇੱਕ ਉਹਨੂੰ ਟੈਗ ਦਿੱਤਾ, ਠੀਕ ਹੈ। ਬਾਈ ਪੰਜਾਬ ਦੇ ਰਿਕੁਐਸਟ ਇਹਦੇ ਵਿੱਚ ਜਾਣ, ਇਹ ਸਭ ਚੀਜ਼ਾਂ ਲਈ ਟੈਗ ਯੂਜ਼ ਹੁੰਦੇ ਆ। ਤਾਂ ਹੁਣ ਮੈਂ ਇੱਥੇ ਮੰਨ ਲਓ ਡਿਪਾਰਟਮੈਂਟ ਦਿੱਤਾ ਹੋਇਆ ਮੰਨ ਲਓ ਹਜੇ, ਠੀਕ ਹੈ। ਹੁਣ ਮੇਰੇ ਕੋਲ ਇੱਕ ਫਿਲਟਰ ਦੀ ਆਪਸ਼ਨ ਹੋਏਗੀ, ਜਸਟ ਮੈਂ ਤੁਹਾਨੂੰ ਦਿਖਾ ਵੀ ਦਿੰਦਾ। ਇੰਸਟੈਂਸਸ ਇੱਥੇ ਰਹੀ ਆਪਾਂ, ਖੁੱਲ ਜਾ ਭਰਾਵਾ, ਓਕੇ। ਪਹਿਲਾਂ ਤਾਂ ਇੱਥੇ ਸਟੇਟਸ ਹੈ, ਇਹ ਤਾਂ ਆਪਾਂ ਸਟੇਟ ਦੇ ਹਿਸਾਬ ਨਾਲ ਫਿਲਟਰ ਕਰਤਾ, ਠੀਕ ਹੈ। ਫਾਈਂਡ ਇੰਸਟੈਂਸ ਬਾਈ ਐਟਰੀਬਿਊਟ ਔਰ ਟੈਗ, ਆਹ ਚੀਜ਼ ਆਪਾਂ ਨੂੰ ਮਿਲ ਗਈ, ਰਾਈਟ। ਆਪਾਂ ਇੱਥੇ ਸਰਚ ਕਰਾਂਗੇ ਡਿਪਾਰਟਮੈਂਟ, ਇੱਥੇ ਤਾਂ ਹੈ ਕੁਛ ਨਹੀਂ, ਪਰ ਜੇ ਮੈਂ ਇੱਥੇ ਡਿਪਾਰਟਮੈਂਟ ਲਿਖੂੰਗਾ ਤਾਂ ਉਹਦੀ ਵੈਲਿਊ ਲਿਖੂੰਗਾ ਤਾਂ ਮੈਨੂੰ ਉਹਦੀ ਉਹ ਮਿਲ ਜਾਏਗੀ। ਬੇਸਿਕਲੀ ਮੈਨੂੰ ਉਹ ਸਾਰੇ ਇੰਸਟੈਂਸ ਮਿਲ ਜਾਣਗੇ ਜਿਨ੍ਹਾਂ ਦਾ ਡਿਪਾਰਟਮੈਂਟ ਮਾਰਕੀਟਿੰਗ ਹੈ, ਠੀਕ ਹੈ। ਤਾਂ ਆਪਾਂ ਟੈਗ ਕਿਉਂ ਯੂਜ਼ ਕਰਦੇ ਹਾਂ? ਕਿ ਆਪਾਂ ਫਿਲਟਰ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਅਤੇ ਜਦੋਂ ਆਪਾਂ ਐਟ ਜ਼ਿਆਦਾ ਸਕੇਲ 'ਤੇ ਕੋਈ ਇੰਸਟੈਂਸ ਹੈਗੇ ਆਪਣੇ ਕੋਲ, ਤਾਂ ਆਪਾਂ ਜ਼ਿਆਦਾ ਸਕੇਲ 'ਤੇ ਇੰਸਟੈਂਸ ਮੈਨੇਜ ਕਰ ਰਹੇ ਹਾਂ, ਤਾਂ ਉਹਨਾਂ ਨੂੰ ਮੈਨੇਜ ਕਰਨ ਲਈ ਟੈਗਸ ਕਾਫੀ ਚੀਜ਼ ਆਸਾਨ ਕਰ ਦਿੰਦੇ ਆ, ਓਕੇ ਠੀਕ ਹੈ। ਹੁਣ ਇਹਦੇ 'ਚ ਆਪਣੇ ਕੋਲ ਮਤਲਬ ਜੇ ਤੁਹਾਨੂੰ ਪੁੱਛਿਆ ਜਾਊਗਾ ਕਿ ਟੈਗ ਦੇ ਫੀਚਰਸ ਕੀ ਨੇ, ਆਪਾਂ ਓਨਲੀ ਇਹਨੂੰ ਹਟਾ ਦਿੰਦੇ ਹਾਂ, ਠੀਕ ਹੈ। ਅਤੇ ਟੈਗ ਦੇ ਫੀਚਰਸ ਕੀ ਨੇ? ਇੱਕ ਹੋ ਗਿਆ ਮੈਨੇਜ ਕਰਨਾ, ਠੀਕ ਹੈ, ਇੱਕ ਹੋ ਗਿਆ ਸਰਚ ਐਂਡ ਫਿਲਟਰ ਕਰਨਾ, ਸਰਚ ਐਂਡ ਫਿਲਟਰ, ਠੀਕ ਹੈ bro। ਠੀਕ ਹੈ ਓਕੇ। ਬੈਨੀਫਿਟ ਤੁਹਾਨੂੰ ਪਤਾ ਲੱਗ ਗਏ, ਸੇਮ ਹੀ ਚੀਜ਼ ਆ ਆਪਣੀ, ਠੀਕ ਹੈ। ਬੈਨੀਫਿਟ 'ਚ ਬੋਲ ਦਿਓ ਕੁਛ ਵੀ, ਇਹਦੇ ਵਿੱਚ ਕੀ ਬੋਲ ਸਕਦੇ ਹਾਂ ਆਪਾਂ? ਬੈਨੀਫਿਟ ਤਾਂ ਵੈਸੇ ਪੁੱਛਦੇ ਨਹੀਂ ਇਹਦੇ, ਆਪਾਂ ਨੂੰ ਵੈਸੇ ਪੁੱਛਣਗੇ ਟੈਗ ਦਾ ਕੰਮ ਕੀ ਹੁੰਦਾ ਅਤੇ ਕਿਉਂ ਯੂਜ਼ ਕੀਤੀ ਜਾਂਦੀ ਆ, ਠੀਕ ਹੈ।
ਨੈਕਸਟ ਇਜ਼ ਹੁਣ ਆਪਾਂ ਇਹਦੇ ਵਿੱਚ ਜੋ ਚੀਜ਼ ਦੀ ਗੱਲ ਕੀਤੀ ਸੀ ਕਿ ਐਪਲੀਕੇਸ਼ਨ ਐਂਡ OS ਇਮੇਜਸ, ਕਿ ਇਹਦੇ 'ਚ ਆਪਾਂ OS ਕਿਹੜਾ ਬੂਟ ਕਰਾਂਗੇ, ਆਪਾਂ ਉਹਦੇ ਦੇਖ ਲਿਆ ਸੀ, ਠੀਕ ਹੈ। ਅਤੇ ਇਹਦੇ 'ਚ ਆਪਾਂ ਨੂੰ OSs ਮਿਲ ਜਾਂਦੇ ਆ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਮੈਨੂੰ ਟੈਂਪਲੇਟ ਕਿੱਥੋਂ ਲੋਡ ਕਰਦੇ ਹੁੰਦੇ ਸੀ, ਇੱਥੇ ਕਸਟਮ ਬਰਾਊਜ਼ ਮੋਰ AMIs ਇਹ ਪਿਆ, ਹਾਂ ਠੀਕ ਹੈ, ਕੈਂਸਲ ਕਰ ਲਓ। ਓਕੇ, ਪਹਿਲਾਂ ਤਾਂ AMI ਤੁਹਾਨੂੰ ਪਤਾ ਐਮਾਜ਼ੋਨ ਮਸ਼ੀਨ ਇਮੇਜ, ਆਪਾਂ ਇਹਨੂੰ AMI ਬੋਲਦੇ ਹਾਂ, ਠੀਕ ਹੈ। ਬੇਸਿਕਲੀ ਇਹਦੇ ਜੋ ਵੀ OS ਲੋਡ ਹੁੰਦਾ ਆਪਾਂ ਉਹਨੂੰ ਬੋਲਦਾ ਐਮਾਜ਼ੋਨ ਮਸ਼ੀਨ ਇਮੇਜ, ਠੀਕ ਹੈ। ਐਮਾਜ਼ੋਨ ਮਸ਼ੀਨ ਇਮੇਜ ਦੇ ਕੰਪੋਨੈਂਟਸ ਹੁੰਦੇ ਥੋੜ੍ਹੇ ਜਿਹੇ। ਇੱਕ ਤਾਂ ਤੁਹਾਨੂੰ ਰੂਟ ਵੋਲਿਊਮ ਦਾ ਟੈਂਪਲੇਟ, ਬੇਸਿਕਲੀ ਤੁਹਾਨੂੰ OS ਦਾ ਇੱਕ ਟੈਂਪਲੇਟ ਮਿਲਦਾ। ਬੇਸਿਕਲੀ ਤੁਹਾਨੂੰ ਕਿਹੜੀ ਵੀ ਚੀਜ਼ ਹੈ ਉਹਦੇ ਇੱਕ ਟੈਂਪਲੇਟ, ਜਿਵੇਂ ਆਪਾਂ ਇੱਕ ਵਾਰ ਲਾਸਟ ਟਾਈਮ ਡਿਸਕਸ ਕੀਤਾ ਸੀ ਜਦੋਂ ਆਪਾਂ ਕਲਾਊਡ ਕੰਪਿਊਟਿੰਗ ਪੜ੍ਹ ਰਹੇ ਸੀ, ਤੁਹਾਨੂੰ ਯਾਦ ਹੋਊਗਾ ਆਪਾਂ ਇੱਕ ਟੈਂਪਲੇਟ ਡਿਸਕਸ ਕੀਤਾ ਸੀ ਕਿ ਆਪਾਂ VM ਦਾ ਇੱਕ ਟੈਂਪਲੇਟ ਬਣਾ ਸਕਦੇ ਹਾਂ, ਰਾਈਟ, ਬਣਾ ਸਕਦੇ ਹਾਂ। ਹਾਂ, ਕਿ VM ਦਾ ਟੈਂਪਲੇਟ ਬਣ ਗਿਆ ਅਤੇ ਜੋ ਵੀ ਤੁਹਾਡਾ OS ਲੋਡ ਹੋਏਗਾ ਉਸ ਤਰੀਕੇ ਨਾਲ ਲੋਡ ਹੋਏਗਾ, ਠੀਕ ਹੈ। ਠੀਕ ਹੈ। ਹੁਣ ਉਹਦੇ 'ਚ ਆਪਾਂ ਉਹਦੀ ਪਰਮਿਸ਼ਨਸ, ਉਹਦੇ ਵਿੱਚ ਜੋ ਵੀ ਚੀਜ਼ਾਂ ਆਪਾਂ ਕਰਨੇ ਉਹ ਸਭ ਚੀਜ਼ਾਂ ਉਹਦੇ ਵਿੱਚ ਅਟੈਚ ਹੋ ਸਕਦੀਆਂ ਹੁਣ, ਠੀਕ ਹੈ। ਹੁਣ ਇਹਦੇ ਵਿੱਚ ਆਪਣੇ ਕੋਲ ਕੀ ਕਹਿੰਦੇ ਹੈਗੇ, 2 ਮਿੰਟ, 4 ਟਾਈਪ ਦੇ ਨਾਲ ਆਪਾਂ ਇਹਦੇ ਵਿੱਚ AMIs ਐਡ ਕਰ ਸਕਦੇ ਹਾਂ। ਇੱਕ ਤਾਂ ਆਪਾਂ ਨੂੰ ਕੁਇਕ ਸਟਾਰਟ ਮਿਲ ਗਿਆ ਇਹ, ਠੀਕ ਹੈ। ਇਹ ਹੁੰਦੀ ਹੈ ਪ੍ਰੀ ਬਿਲਟ ਜੋ ਐਮਾਜ਼ੋਨ ਪ੍ਰੋਵਾਈਡ ਕਰਦਾ, ਠੀਕ ਹੈ ਬ్రో, ਠੀਕ ਹੈ। ਬਾਕੀ ਆਪਾਂ ਇੱਥੇ ਆਉਂਦੇ ਹਾਂ, ਆਪਣੇ ਕੋਲ ਆ ਗਿਆ ਕੁਇਕ ਸਟਾਰਟ AMIs ਜੋ ਆਪਾਂ ਨੂੰ ਐਮਾਜ਼ੋਨ ਪ੍ਰੋਵਾਈਡ ਕਰਦਾ, ਪ੍ਰੀ ਬਿਲਟ ਹੁੰਦੇ ਨੇ ਸਾਰੇ, ਠੀਕ ਹੈ। ਇੱਕ ਹੁੰਦਾ ਮਾਈ AMIs, ਮੈਂ ਇੱਥੇ ਆਪਦੇ ਟੈਂਪਲੇਟਸ ਪਾ ਸਕਦਾ, ਇਹ ਆਪਾਂ ਬਾਅਦ ਚੋਂ ਆਵਾਂਗੇ ਕਿਤੇ, ਠੀਕ ਹੈ। ਹਜੇ ਆਪਾਂ ਨੂੰ ਇਹਦੀ ਲੋੜ ਨਹੀਂ ਪੈਗੀ ਜ਼ਿਆਦਾ। ਹੁਣ ਹੋ ਗਿਆ AWS ਦੀ ਮਾਰਕੀਟ ਪਲੇਸ। ਹੁਣ ਇੱਥੇ ਲੋਕ ਆਪਣੇ ਅਲੱਗ-ਅਲੱਗ AMIs ਦੇ ਟੈਂਪਲੇਟਸ ਬਣਾ ਕੇ ਵੇਚਦੇ ਨੇ, ਜਾਂ ਫ੍ਰੀ 'ਚ ਵੀ ਦੇ ਦਿੰਦੇ ਨੇ, ਜਾਂ ਪਰ ਆਪਾਂ ਨੂੰ ਵੇਚੇ ਵੀ ਜਾ ਸਕਦੇ ਨੇ ਇੱਥੇ, ਠੀਕ ਹੈ। ਮਤਲਬ ਇਹਨਾਂ ਦਾ ਅਲੱਗ-ਅਲੱਗ ਕੰਮ ਹੁੰਦਾ ਹੋਊਗਾ, ਬੈਕ ਐਂਡ ਰਿਕਵਰੀ, AWS ਫ੍ਰੀ ਟਰਾਇਲ, ਜੋ ਵੀ ਆਪਣੀ ਚੀਜ਼ਾਂ ਨੇ ਇੱਥੇ ਦੇਖ ਲਓ, ਠੀਕ ਹੈ। ਤਾਂ ਆਪਾਂ ਨੂੰ ਮਤਲਬ ਇੱਥੇ ਇੱਕ ਮਾਰਕੀਟ ਪਲੇਸ, ਇੱਕ ਇੱਥੇ ਹੋ ਜਾਂਦੇ ਨੇ ਕਮਿਊਨਿਟੀ ਦੇ, ਬੇਸਿਕਲੀ ਇੱਕ ਕਮਿਊਨਿਟੀ ਆਪਣੀ ਹੋ ਜਾਂਦੀ ਹੈ, ਠੀਕ ਹੈ। ਬੇਸਿਕਲੀ ਹੁਣ ਇਹਦਾ ਕੋਈ ਵੈਰੀਫਾਈਡ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਇਹਨਾਂ ਨੂੰ ਆਪਾਂ ਆਪਣੇ ਰਿਸਕ 'ਤੇ ਯੂਜ਼ ਕਰਨਾ ਹੁੰਦਾ। ਕੋਈ ਵੀ ਕਮਿਊਨਿਟੀ ਵਾਲਾ ਬੰਦਾ ਆ ਕੇ ਤੁਹਾਨੂੰ ਇਹ ਦੇ ਸਕਦਾ, ਅਤੇ ਪਬਲਿਸ਼ਡ ਬਾਏ ਐਨੀਵਨ। ਆਹ ਜਿਹੜੀ ਚੀਜ਼ ਹੁੰਦੀ ਹੈ ਟਰਸਟਡ ਹੁੰਦੀ ਆ, ਠੀਕ ਹੈ, ਥਰਡ ਪਾਰਟੀ AMIs, ਪਰ AWS ਦੀ ਟਰਸਟਡ ਹੁੰਦੀ ਆ, ਠੀਕ ਹੈ। ਕਮਿਊਨਿਟੀ AMIs ਕੀ ਹੁੰਦਾ, ਕੋਈ ਵੀ ਪਬਲਿਸ਼ ਕਰ ਸਕਦਾ, ਓਕੇ, ਠੀਕ ਹੈ। ਇਹਨਾਂ ਦੇ ਵਿੱਚ ਆਪਾਂ ਜ਼ਿਆਦਾ ਟਰਸਟ ਨਹੀਂ ਕਰ ਸਕਦੇ, ਆਪਣੇ ਰਿਸਕ 'ਤੇ ਟਰਸਟ ਕਰਨਾ ਹੁੰਦਾ ਇਹਨਾਂ ਦੇ, ਠੀਕ ਹੈ। ਇਹ ਚੀਜ਼ ਹੋ ਗਈ ਆਪਣੀ AMIs ਬਾਰੇ। ਲੈਟਸ ਜਸਟ ਗੋ ਵਿਦ, ਆਪਾਂ ਐਮਾਜ਼ੋਨ ਲਿਨਕਸ ਇਮੇਜ ਨਾਲ ਹੀ ਜਾਵਾਂਗੇ, ਠੀਕ ਹੈ। ਆਪਾਂ ਨੂੰ ਫ੍ਰੀ ਟਾਇਰ ਐਲੀਜੀਬਲ ਇਹ ਮਿਲ ਰਿਹਾ। ਹੁਣ ਆਪਾਂ ਇਹਦੀ ਸਪੈਸੀਫਿਕੇਸ਼ਨਸ ਇੱਥੇ ਦੇਖ ਸਕਦੇ ਹਾਂ, ਜੋ ਵੀ ਆਪਾਂ ਨੂੰ ਚਾਹੀਦਾ, ਕਿ 64 ਬਿਟ ਪ੍ਰੋਸੈਸਰ ਹੈ, ਠੀਕ ਹੈ। ਅਤੇ ਆਰ ਜੋ ਵੀ ਹੈ ਰੂਟ ਡਿਵਾਈਸ EBS, ਰੂਟ ਡਿਵਾਈਸ ਟਾਈਪ ਆਪਾਂ ਇੱਥੇ ਆਵਾਂਗੇ। ਹੁਣ ਇਹ ਕਿੱਥੋਂ ਚੇਂਜ ਕਰ ਸਕਦਾ ਮੈਂ, ਆਰਕੀਟੈਕਚਰ ਮੈਂ ਇੱਥੋਂ ਚੇਂਜ ਕਰ ਸਕਦਾ। ਡਿਵਾਈਸ ਟਾਈਪ ਇਹਦਾ ਕਿੱਥੇ ਹੁੰਦਾ, ਸਟੋਰੇਜ ਆ ਪਿਆ ਗਾ, ਐਡਵਾਂਸਡ ਵੋਲਿਊਮ 1 AMI ਰੂਟ, ਇਹਦੀ ਤਾਂ ਰੂਟ ਹੋ ਗਈ। ਆਹ ਦੇਖੋ ਸਟੋਰੇਜ ਟਾਈਪ, ਹਾਂ ਇੱਥੇ ਆਪਾਂ ਨੂੰ ਚੇਂਜ ਨਹੀਂ ਕਰ ਸਕਦੇ ਇਹਨੂੰ, ਕਿਉਂਕਿ ਇਹ ਆਪਾਂ ਨੂੰ AMI ਦੇ ਵਿੱਚ ਜਿਹੜੀ ਇਹਨਾਂ ਨੇ AMI ਦਿੱਤੀ ਹੋਈ ਆ, ਇਹਦੇ ਵਿੱਚ ਇਹਨਾਂ ਨੇ ਸਪੈਸੀਫਾਈ ਕੀਤਾ ਹੋਇਆ ਜੋ ਵੀ ਆਪਣਾ ਡਿਵਾਈਸ ਟਾਈਪ ਹੈ ਉਹ EBS ਹੈ। ਕਿਤੇ ਹੋਰ ਹੈ ਇੰਸਟੈਂਸ ਨਹੀਂ, ਚਲੋ ਹੁਣ ਲਈ ਆਪਾਂ EBS ਲੈ ਕੇ ਚੱਲਦੇ ਹਾਂ। ਮੈਂ ਤੁਹਾਨੂੰ ਬਾਕੀ ਦੀ ਇੱਕ ਵਾਰ ਐਕਸਪਲੇਨੇਸ਼ਨ ਦੇ ਦੂੰ, ਬਾਕੀ ਕਿਤੇ ਹੋਰ ਆ ਜਾਏਗੀ, ਉਹ ਆਪਾਂ ਦੇਖ ਲਾਂਗੇ ਕਿ ਕਿਤੇ ਹੋਰ, ਠੀਕ ਹੈ। ਤਾਂ ਆਪਾਂ ਨੂੰ ਇਹ ਸਾਰਾ ਆਪਣੇ ਜੋ ਵੀ OS ਸੈਟਅਪ ਹੋਏਗਾ ਆਪਣਾ, ਇਹ ਉਹਦੀ ਡਿਟੇਲਸ ਹੋਗੀ, ਠੀਕ ਹੈ। ਹੁਣ ਆਪਾਂ ਮਤਲਬ ਜੇ ਆਪਾਂ ਨੂੰ OS ਲੈਣਾ, ਆਪਾਂ 4 ਥਾਮੋਂ ਲੈ ਸਕਦੇ ਹਾਂ। ਵਾਟ ਆਰ ਦੋਸ 4 places? One is quick start, which are pre-built by Amazon only, ठीक है। Second is we can create our own, ठीक है। Third is there is an AWS marketplace, ठीक है। ਹੁਣ ਮਾਰਕੀਟ ਪਲੇਸਿਸ ਲਾਈਕ ਕਿ ਉੱਥੇ ਆਪਾਂ ਨੂੰ ਵੈਰੀਫਾਈਡ ਪਰ ਥਰਡ ਪਾਰਟੀ ਮਿਲਦੇ ਨੇ, AWS ਵੈਰੀਫਾਈਡ ਬਟ ਥਰਡ ਪਾਰਟੀ, ਰਾਈਟ। ਓਕੇ। ਹੁਣ ਦ ਫੋਰਥ ਇਜ਼ ਕਮਿਊਨਿਟੀ AMIs, ਜਿਹਨੂੰ ਆਪਾਂ ਆਪਣੇ ਰਿਸਕ 'ਤੇ ਯੂਜ਼ ਕਰਨਾ ਹੁੰਦਾ, ਠੀਕ ਹੈ। ਓਕੇ, ਇਹ ਚੀਜ਼ ਹੋ ਗਈ ਆਪਣੀ। ਹੁਣ ਆਪਾਂ ਗੱਲ ਕਰਦੇ ਆਂਗੇ ਇੰਸਟੈਂਸ ਟਾਈਪਸ 'ਤੇ, ਇਹ ਚੀਜ਼ ਆਪਾਂ ਉੱਤੇ ਛੱਡੀ ਸੀ, ਠੀਕ ਹੈ। ਹੁਣ ਤੁਸੀਂ ਇੱਥੇ 2 ਮਿੰਟ, ਹਾਂ
ਹੁਣ ਆਪਾਂ ਨੂੰ ਇੰਸਟੈਂਸ ਟਾਈਪ ਦੇ ਵਿੱਚ ਕੁਝ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ, ਠੀਕ ਹੈ। ਇੱਕ ਹੁੰਦਾ ਤੁਹਾਡਾ CPU, ਠੀਕ ਹੈ। CPU ਕਿੱਥੇ ਲਿਖਿਆ ਆਪਣੇ ਕੋਲ 1 CPU 1 ਵਰਚੁਅਲ CPU ਦਿੱਤਾ ਹੋਇਆ ਇੱਥੇ, ਠੀਕ ਹੈ। ਇੱਕ ਹੁੰਦੀ ਇਹਦੀ RAM ਵਿਚ ਇਜ਼ 0.5 ਇਹਦੇ ਆਪਾਂ ਜੋ ਸਿਲੈਕਟ ਕੀਤਾ ਹੋਇਆ 1 GB ਮੈਮਰੀ, ਠੀਕ ਹੈ। ਇੱਕ ਹੁੰਦੀ ਹੈ ਡਿਸਕ ਸਪੇਸ, ਇੱਥੇ ਡਿਸਕ ਸਪੇਸ ਹੋਏਗੀ, ਓਕੇ ਨਹੀਂ ਹੈ ਉਹ ਆਪਾਂ ਵੈਸੇ ਥੱਲੇ ਕੀਤੀ ਹੋਈ ਆ, ਪਰ ਕਾਈਂਡ ਆਫ ਇਹ ਹੁੰਦਾ। ਅਤੇ ਇਹਦੀ ਨੈਟਵਰਕ ਪਰਫੋਰਮੈਂਸ ਵੀ ਜੋ ਵੀ ਆਪਾਂ ਚੂਜ਼ ਕਰ ਰਹੇ ਹਾਂ ਉਹ 'ਤੇ ਨੈਟਵਰਕ ਪਰਫੋਰਮੈਂਸ ਵੀ ਡਿਪੈਂਡ ਕਰਦੀ ਆ, ਠੀਕ ਹੈ। ਹੁਣ ਇਹ ਸਭ ਚੀਜ਼ਾਂ ਤੁਹਾਡੇ ਇੰਸਟੈਂਸ ਟਾਈਪ 'ਤੇ ਡਿਪੈਂਡ ਕਰਦੀਆਂ ਨੇ, ਠੀਕ ਹੈ। ਓਕੇ ਲੈਟਸ ਸੇ ਕਿ ਇਹਦੇ ਵਿੱਚ ਹੁਣ ਹੁੰਦੀ ਆ ਫੈਮਲੀਜ਼ ਇੰਸਟੈਂਸ ਦੇ, ਮੈਂ ਇੱਥੇ ਲਿਖਣਾ ਪਸੰਦ ਕਰੂੰ ਇਹ। ਹੁਣ ਆਪਾਂ ਨੂੰ ਜੋ ਵੀ ਇਹਦੀ ਨੇਮਿੰਗ ਹੈ ਆਪਾਂ ਦੇਖਾਂਗੇ ਇਹਦੀ ਨੇਮਿੰਗ ਕਿਵੇਂ ਕਿਵੇਂ ਮਤਲਬ ਕੀ ਹੁੰਦਾ ਇਹਦੇ ਵਿੱਚ, ਠੀਕ ਹੈ। ਇੰਸਟੈਂਟ ਟਾਈਮ ਹੋ ਗਿਆ ਥੋੜਾ, ਜਿਵੇਂ ਕੰਪਿਊਟ ਹੋ ਗਿਆ ਨਾ ਤੁਹਾਡਾ। ਹਾਂ ਮਤਲਬ ਬੇਸਿਕਲੀ ਅਲੱਗ-ਅਲੱਗ ਕੰਪਿਊਟਰ 'ਤੇ ਅਲੱਗ-ਅਲੱਗ RAM 'ਤੇ ਅਲੱਗ-ਅਲੱਗ ਸਟੋਰੇਜ 'ਤੇ ਅਲੱਗ-ਅਲੱਗ ਨੈਟਵਰਕ ਦੇ ਹਿਸਾਬ ਨਾਲ ਇਹਨੂੰ ਡਿਵਾਈਡ ਕੀਤਾ ਜਾਂਦਾ ਹੈ, ਓਕੇ ਠੀਕ ਹੈ। ਹੁਣ ਆਪਣੇ ਕੋਲ ਹੈ ਅਰਾਊਂਡ ਮੰਨ ਲਓ ਕਿੰਨੇ ਹੁੰਦੇ 5 ਫੈਮਲੀਜ਼ ਹੁੰਦੀਆਂ। ਆਪਾਂ ਇੱਕ ਤਾਂ T2 ਦਾ ਆਪਾਂ ਦੇਖ ਲਿਆ, ਇੱਕ T ਹੋ ਗਈ, ਠੀਕ ਹੈ। ਇੱਕ M ਫੈਮਲੀ ਹੁੰਦੀ ਆ, ਇੱਕ C ਫੈਮਲੀ ਹੁੰਦੀ ਹੈ, ਇੱਕ R ਫੈਮਲੀ ਹੁੰਦੀ ਹੈ, ਇੱਕ ਹੋਰ ਕਿਹੜੀ ਹੁੰਦੀ ਹੈ T C G ਵੀ ਹੁੰਦੀ ਹੈ, ਓਕੇ। ਇਹਨਾਂ ਨੇ ਹੁਣ ਵਧਾਤੀਆਂ ਕੀ, ਓਕੇ I ਵੀ ਆ ਗਈ, G ਵੀ ਆ ਗਈ, M ਵੀ ਆ ਗਈ, R ਵੀ ਆ ਗਈ, ਵਾਪਸ T Z ਆ ਗਈ, R ਲਿਖ ਲਈ, M ਲਿਖ ਲਈ, G ਬਚੀ ਹੈ ਫਿਰ ਆਪਣੀ। ਇੱਕ I ਵੀ ਇਹਨਾਂ ਨੇ ਨਵੀਂ ਲਿਆਈ, ਠੀਕ ਹੈ। ਅਤੇ ਇਹ ਮੰਨ ਲਓ ਮੇਨ 5 ਫੈਮਲੀ ਜੋ ਯੂਜ਼ ਹੁੰਦੀਆਂ ਨੇ ਆਪਣੀਆਂ, ਠੀਕ ਹੈ। T M C R G। ਹੁਣ ਇਹ ਕੀ ਹੁੰਦਾ, ਜੋ ਵੀ ਤੁਹਾਡੇ ਇੰਸਟੈਂਸ ਦਾ ਸਭ ਤੋਂ ਪਹਿਲਾ ਅੱਖਰ ਹੈ, ਜਿਵੇਂ ਹੁਣ ਆਪਾਂ ਦੇਖਾਂਗੇ ਆਪਣਾ ਜੋ ਇੰਸਟੈਂਸ ਸਿਲੈਕਟਡ ਹੈ ਉਹਦਾ ਐਗਜ਼ਾਮਪਲ ਲੈਣਾ T2.micro, ਠੀਕ ਹੈ। ਇਹ ਚੀਜ਼ ਥੋੜ੍ਹੀ ਜਿਹੀ ਇੰਪੋਰਟੈਂਟ ਹੈ, ਥੋੜ੍ਹਾ ਧਿਆਨ ਰੱਖ ਲਿਓ, ਯਾਦ ਰੱਖ ਲਿਓ ਕਿ ਇਹ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾ ਸਕਦਾ ਕਿਤੇ ਵੀ, ਠੀਕ ਹੈ। T2.micro ਇਹ ਨਾਮ ਹੈ ਆਪਣੇ ਇੰਸਟੈਂਸ ਟਾਈਪ ਦਾ, ਰਾਈਟ। ਹੁਣ T ਇਹਦਾ ਕੀ ਹੈ, ਫੈਮਿਲੀ ਨੇਮ ਹੋ ਗਿਆ। ਹੁਣ ਫੈਮਿਲੀ ਨੇਮ ਦੇ ਵਿੱਚ ਕੁਝ ਪ੍ਰੀ ਡਿਫਾਈਨਡ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਮਤਲਬ ਇਹਦੇ ਵਿੱਚ ਹੁਣ T ਦੇ ਵਿੱਚ ਕੁਝ ਪ੍ਰੀ ਡਿਫਾਈਨਡ ਕੌਨਫੀਗਰੇਸ਼ਨਸ ਹੁੰਦੀਆਂ ਨੇ, ਉਹ ਆਪਾਂ ਨੂੰ T ਦੇ ਵਿੱਚ ਮਿਲ ਜਾਂਦੀਆਂ ਨੇ। ਕੀ ਹੁੰਦੀਆਂ ਨੇ ਆਪਾਂ ਨੂੰ ਦੇਖਣੀਆਂ ਪੈਣੀਆਂ, ਮੈਨੂੰ ਵੀ ਯਾਦ ਨਹੀਂ, ਠੀਕ ਹੈ। ਪਰ ਜੋ ਮੇਨ ਚੀਜ਼ ਇਹਦੇ ਵਿੱਚ ਇਹ ਨਹੀਂ ਹੈ, ਆਪਾਂ ਨੂੰ ਇਹਦੇ ਵਿੱਚ ਜੋ ਚੀਜ਼ ਦੇਖਣੀ ਹੈ T ਕੀ ਹੈ ਇਹਦਾ ਫੈਮਿਲੀ ਨੇਮ, ਠੀਕ। 2 ਕੀ ਹੈ, ਹੁਣ ਇਹਦੇ 'ਚ 2 ਹੁੰਦੀ ਹੈ ਜਨਰੇਸ਼ਨ। ਹੁਣ ਜਿਵੇਂ ਆਪਣੇ ਕੋਲ 1G 2G 3G 5G ਹੁੰਦਾ, ਰਾਈਟ, ਉਵੇਂ ਇਹਦੀ ਜਨਰੇਸ਼ਨ ਹੁੰਦੀ ਹੈ 2, ਠੀਕ ਹੈ। ਨੈਕਸਟ ਇਜ਼ ਮਾਈਕਰੋ। ਮਾਈਕਰੋ ਹੁੰਦਾ ਇਹਦਾ ਸਾਈਜ਼, ਓਕੇ ਠੀਕ ਹੈ। ਤਾਂ ਆਪਾਂ ਜੋ ਇੰਸਟੈਂਸ ਟਾਈਪ ਹੈ ਉਹਦੇ ਨੇਮ ਨੂੰ 3 ਚੀਜ਼ਾਂ 'ਚ ਡਿਵਾਈਡ ਕਰਦੇ ਹਾਂ। ਕੀ ਹੋ ਗਿਆ, ਇੱਕ ਤਾਂ ਹੋ ਗਿਆ ਆਪਣੇ ਕੋਲ ਨੇਮ, ਸਾਈਜ਼, ਫੈਮਿਲੀ ਨੇਮ, ਫੈਮਿਲੀ ਨੇਮ, ਓਕੇ। ਫੈਮਿਲੀ ਨੇਮ ਦੇ ਵਿੱਚ ਕਿਆ, ਫੈਮਿਲੀ ਨੇਮ ਕੀ ਹੁੰਦਾ, ਇਹਦੇ ਵਿੱਚ ਆਪਣੇ ਕੋਲ ਕੁਝ ਪ੍ਰੀ ਡਿਫਾਈਨਡ ਕੌਨਫੀਗਰੇਸ਼ਨਸ ਹੁੰਦੀਆਂ ਹਰੇਕ ਫੈਮਿਲੀ ਨੇਮ ਦੀਆਂ, ਅਤੇ ਉਹ ਯੂਜ਼ ਕਰਦਾ ਇਹ, ਠੀਕ ਹੈ। ਹੁਣ 2 ਹੁੰਦੀ ਹੈ ਉਹਦੀ ਜਨਰੇਸ਼ਨ, ਠੀਕ ਹੈ। ਮਤਲਬ ਜੇ ਤੁਸੀਂ 3 ਜਨਰੇਸ਼ਨ ਯੂਜ਼ ਕਰੋਗੇ ਤਾਂ ਉਹ ਬੈਟਰ ਹੋਏਗੀ ਅਫਕੋਰਸ, ਜਿਵੇਂ ਜਿਵੇਂ ਜਨਰੇਸ਼ਨ ਵੱਧਦੀ ਜਾਂਦੀ ਉਹਦੀ ਕੀ ਕਹਿੰਦੇ ਹੈਗੇ, ਵਾਟ ਡੂ ਯੂ ਕਾਲ ਦੈਟ, ਪਰਫੋਰਮੈਂਸ ਵੱਧਦੀ ਜਾਂਦੀ ਹੈਗੀ, ਓਕੇ। ਤਾਂ 2 ਹੋ ਗਈ ਇਹਦੀ ਜਨਰੇਸ਼ਨ, ਅਤੇ ਮਾਈਕਰੋ ਹੋ ਗਿਆ ਇਹਦਾ ਸਾਈਜ਼, ਠੀਕ, ਓਕੇ। ਅਤੇ ਆਪਾਂ ਹੁਣ ਜੇ ਕੋਈ ਕੁਐਸਚਨ ਪੁੱਛਿਆ ਜਾਏ ਇੰਸਟੈਂਸ ਟਾਈਪ ਨੂੰ ਕਿਸ ਕਿਸ ਚੀਜ਼ਾਂ ਨਾਲ ਕੀ ਕੀਤਾ ਜਾਂਦਾ ਹੈ, ਨੇਮ ਨੂੰ ਕਿਸ ਤਰੀਕੇ ਨਾਲ ਵੰਡਿਆ ਜਾਂਦਾ ਜਾਂ ਕਿਸ ਤਰੀਕੇ ਨਾਲ ਡਿਫਾਈਨ ਕੀਤਾ ਜਾਂਦਾ, ਯੂ ਵਿਲ ਸੇ ਸਭ ਤੋਂ ਪਹਿਲਾਂ ਆਪਾਂ ਫੈਮਿਲੀ ਨੇਮ ਲਿਖਦੇ ਹਾਂ ਉਹਦਾ, ਠੀਕ ਹੈ। ਦੈਨ ਆਪਾਂ ਉਹਦੀ ਜਨਰੇਸ਼ਨ ਲਿਖਦੇ ਹਾਂ, ਦੈਨ ਆਪਾਂ ਉਹਦਾ ਉਹ ਲਿਖਦੇ ਹਾਂ ਕੀ ਕਹਿੰਦੇ ਹੈਗੇ ਸਾਈਜ਼ ਲਿਖਦੇ ਹਾਂ, ਠੀਕ ਹੈ। ਹੁਣ ਆਪਾਂ ਨੋਰਮਲ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਵੀ ਵੰਡ ਦਿਆਂਗੇ ਕਿ ਇੰਸਟੈਂਸ ਦੀ ਕੈਟੇਗਰੀਜ਼ ਨੂੰ। ਉਹ ਨੋਰਮਲੀ ਆਪਣੀ ਕੀ ਹੋ ਗਈ, ਇੱਕ ਕੰਪਿਊਟ ਪਾਵਰ ਹੋ ਗਈ, ਮੈਮਰੀ ਹੋ ਗਈ, ਜਾਂ ਉਹਦੇ ਵਿੱਚ ਸਟੋਰੇਜ ਆਪਟੀਮਾਈਜ਼ਡ ਹੁੰਦੀ ਹੈਗੀ, ਠੀਕ ਹੈ। ਲੈਟਸ ਸੇ ਇੰਸਟੈਂਸ ਦੀਆਂ ਕੈਟੇਗਰੀਜ਼ ਹੁੰਦੀਆਂ, ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਜ਼ਿਆਦਾ ਪੁੱਛਿਆ ਨਹੀਂ ਜਾਂਦਾ, ਬਟ ਮੈਂ ਦੱਸ ਦਿੰਦਾ, ਕਈ ਕੰਪਨੀਜ਼ ਪੁੱਛ ਸਕਦੀਆਂ ਨੇ।
ਨੋਟ ਨੈਸੈਸਰੀ, ਕੋਈ ਨਾ ਪੁੱਛ। ਇੰਸਟੈਂਸ ਦੇ ਕੁਝ ਕੈਟੇਗਰੀਜ਼ ਹੁੰਦੀਆਂ ਨੇ, ਠੀਕ ਹੈ। ਆਪਾਂ ਇਹਨੂੰ 5 ਟਾਈਪ ਨਾਲ ਕੈਟੇਗਰਾਈਜ਼ ਕਰਦੇ ਹਾਂ। ਵਨ ਇਜ਼ ਜਨਰਲ ਪਰਪਸ, ਠੀਕ ਹੈ। ਓਕੇ, ਹਾਂ, ਇਹ ਆਪਾਂ ਨੂੰ ਵੈਸੇ ਥੋੜ੍ਹੀ ਜਿਹੀ ਇੰਪੋਰਟੈਂਟ ਹੋ ਸਕਦੀ ਹੈ। ਇਹ ਤੁਸੀਂ ਸਿਚੁਏਸ਼ਨ ਦੇਖੋਗੇ ਅਤੇ ਉਸ ਹਿਸਾਬ ਨਾਲ ਜੇ ਤੁਹਾਨੂੰ ਕੁਐਸਚਨ ਆ ਜਾਏ ਕਿ ਹਾਂ ਬਈ ਹੁਣ ਮੈਂ ਕਿਹੜਾ ਇੰਸਟੈਂਸ ਟਾਈਪ ਚੂਜ਼ ਕਰਨਾ ਮੇਰੀ ਸਿਚੁਏਸ਼ਨ ਦੇ ਹਿਸਾਬ ਨਾਲ, ਰਾਈਟ, ਤਾਂ ਉਹ ਤੁਸੀਂ ਕਿਵੇਂ ਰਿਕਮੈਂਡ ਕਰੋਗੇ। ਆਪਾਂ 5 ਚੀਜ਼ਾਂ ਨੂੰ ਇਹਨੂੰ ਕਲਾਸੀਫਾਈ ਕਰ ਦਿਆਂਗੇ। ਲੈਟ ਮੀ ਮੇਕ 5 ਬਾਕਸਿਸ, ਠੀਕ ਹੈ। ਇਹਨੂੰ ਚੇਂਜ ਕਰਨਾ ਦੋ, ਇਹ ਜਰਾ ਸਿੱਧੀ ਲਾਈਨ ਬਣ ਜਾਏਗੀ ਥੋੜੀ ਜੀ, ਠੀਕ ਹੈ। 5 ਕੈਟੇਗਰੀਜ਼ ਡਿਵਾਈਡ ਕਰਾਂਗੇ ਆਪਾਂ ਇਹਨੂੰ ਜਦੋਂ ਵੀ ਆਪਾਂ ਕੁਝ ਕਰਨਾ। ਇੱਕ ਹੋ ਗਿਆ ਜਨਰਲ ਪਰਪਸ। ਜਨਰਲ ਪਰਪਸ ਕੀ ਹੁੰਦਾ, ਠੀਕ ਹੈ। ਆਪਾਂ ਨੂੰ ਹਰੇਕ ਚੀਜ਼ ਦਾ ਬੈਲੈਂਸ ਮਿਲਦਾ। ਆਪਾਂ ਨੂੰ ਕੰਪਿਊਟਿੰਗ ਪਾਵਰ, ਆਪਾਂ ਨੂੰ ਮੈਮਰੀ, ਆਪਾਂ ਨੂੰ ਨੈਟਵਰਕ, ਆਪਾਂ ਨੂੰ ਹਰੇਕ ਚੀਜ਼ ਦਾ ਇੱਕ ਬੈਲੈਂਸ ਮਿਲਦਾ, ਠੀਕ ਹੈ। ਹੁਣ ਜੇ ਆਪਣੇ ਕੋਲ ਕੋਈ ਵੀ ਜਨਰਲ ਪਰਪਸ ਸਿਨਾਰੀਓ ਆਉਂਦਾ ਤਾਂ ਆਪਾਂ ਉਹਨੂੰ ਕਿਹੜੇ ਕਿਹੜੇ ਇੰਸਟੈਂਸ ਟਾਈਪ ਪ੍ਰੋਵਾਈਡ ਕਰ ਸਕਦੇ ਹਾਂ। ਆਪਾਂ ਨੂੰ A1 ਪ੍ਰੋਵਾਈਡ ਕਰ ਸਕਦੇ ਹਾਂ, ਠੀਕ ਹੈ। ਆਪਾਂ ਨੂੰ T2 ਪ੍ਰੋਵਾਈਡ ਕਰ ਸਕਦੇ ਹਾਂ, ਆਪਾਂ ਨੂੰ T3 ਪ੍ਰੋਵਾਈਡ ਕਰ ਸਕਦੇ ਹਾਂ, ਓਕੇ, ਠੀਕ ਹੈ। ਆਈ ਥਿੰਕ ਇਹਦੇ ਵਿੱਚ M ਵੀ ਹੁੰਦਾ। M ਦੀ ਕੋਈ ਇੱਕ ਜਨਰੇਸ਼ਨ ਹੁੰਦੀ ਆ, ਇੱਕ ਵਾਰ ਦੇਖ ਲਿਓ। ਆਈ ਥਿੰਕ M ਦੇਖਣਾ, 2 ਮਿੰਟ ਦੇਖ ਲੈਂਦੇ ਆਪਾਂ। ਲੈਟ ਮੀ ਗੋ ਟੂ M ਲਾਰਜ, M5A, ਇਹ ਤਾਂ ਨਹੀਂ ਹੁੰਦੀ ਜਿੰਨਾ ਮੈਨੂੰ ਪਤਾ। M5 ਲਾਰਜ, 2V CPU, 8 GB ਮੈਮਰੀ ऑन डिमांड, M5 लार्ज, M5 एक्स्ट्रा लार्ज, M5 एक्स्ट्रा काफ़ी हो गया था। मेटल, ओके, आई थिंक M5 ही ਹੁੰਦੀ ਆ। ਬਾਕੀਆਂ ਦੇ ਵਿੱਚ ਕੁਛ ਨਾ ਕੁਛ ਹੋਰ ਆਪਾਂ ਨੂੰ ਐਕਸਟਰਾ ਮਿਲ ਜਾਂਦਾ, ਠੀਕ ਹੈ। ਓਕੇ ਓਕੇ ਓਕੇ, ਤਾਂ ਇਹਦੇ ਵਿੱਚ ਹੋ ਗਿਆ M5। M4 ਵੀ ਹੁੰਦੀ ਸੀ ਜਿੰਨਾ ਮੈਨੂੰ ਯਾਦ ਹੈ, ਛੱਡੋ, ਠੀਕ ਹੈ। ਹੁਣ ਸੈਕਿੰਡ ਹੁੰਦਾ ਕੰਪਿਊਟ ਆਪਟੀਮਾਈਜ਼ਡ। ਹਾਂ, ਤੁਹਾਨੂੰ ਨਾਮ ਤੋਂ ਸਮਝ ਆ ਗਿਆ ਹੋਣਾ ਕੰਪਿਊਟ ਆਪਟੀਮਾਈਜ਼ ਦਾ ਨਾਲ ਮੈਂ ਕੀ ਕਹਿਣਾ ਚਾਹ ਰਿਹਾ ਕਿ ਆਪਾਂ ਇਹਦੇ ਜ਼ਿਆਦਾ ਕੰਪਿਊਟਿੰਗ ਪਾਵਰ ਦਿੰਦੇ ਹੈਗੇ, ਠੀਕ ਹੈ। ਕੰਪਿਊਟ ਆਪਟੀਮਾਈਜ਼ਡ, ਠੀਕ ਹੈ। ਹੁਣ ਇਹਦੇ 'ਚ ਆਪਾਂ ਜ਼ਿਆਦਾ ਕੰਪਿਊਟ ਪਾਵਰ ਦਿੰਦੇ ਹਾਂ, ਮਤਲਬ ਜ਼ਿਆਦਾ VCPUs ਹੁੰਦੇ ਨੇ, ਠੀਕ ਹੈ। ਹੁਣ ਇਹ ਕਦੋਂ ਯੂਜ਼ ਹੋਏਗੀ, ਜਦੋਂ ਆਪਾਂ ਨੂੰ ਹਾਈ ਪਰਫੋਰਮੈਂਸ ਪ੍ਰੋਸੈਸਰਸ ਚਾਹੀਦੇ ਨੇ। ਆਪਣਾ ਜੋ ਵੀ ਚੀਜ਼ ਹੋ ਰਹੀ ਹੈ ਉਹ ਸਭ ਕੁਝ ਕੰਪਿਊਟ 'ਤੇ ਬੇਸਡ ਹੈ, ਠੀਕ ਹੈ। ਮਤਲਬ ਆਪਾਂ ਮੰਨ ਲਓ ਅਲੱਗ ਅਲੱਗ ਪ੍ਰੋਸੈਸਿੰਗ ਕਰਨੀ ਹੈ। ਮੰਨ ਲਓ ਕਿ ਆਪਣੀ ਕੋਈ ਟਾਸਕ ਆਇਆ, ਆਪਾਂ ਨੂੰ ਅੱਡ ਬੈਚਸ 'ਚ ਵੰਡਤਾ ਅਤੇ ਆਪਾਂ ਨੂੰ ਉਹਦੀ ਫਿਰ ਪ੍ਰੋਸੈਸਿੰਗ ਕਰ ਰਹੇ ਹਾਂ। ਇਹ ਪ੍ਰੋਗਰਾਮਿੰਗ 'ਚ ਹੁੰਦਾ ਕਿ ਆਪਾਂ ਪੈਰਲਲ ਪ੍ਰੋਸੈਸਿੰਗ ਕਹਿੰਦੇ ਆਪਾਂ ਇਹਨੂੰ, ਕਾਈਂਡ ਆਫ, ਠੀਕ ਹੈ। ਜਦੋਂ ਆਪਾਂ ਉਹ ਕਰਨੀ ਹੁੰਦੀ ਆ, ਆਪਾਂ ਕੰਪਿਊਟ ਆਪਟੀਮਾਈਜ਼ਡ ਪ੍ਰੈਫਰ ਕਰਦੇ ਹਾਂ, ਠੀਕ ਹੈ। ਹੁਣ ਇਹ ਕਿੱਥੇ ਯੂਜ਼ ਹੁੰਦੀ ਹੈਗੀ, ਮਸ਼ੀਨ ਲਰਨਿੰਗ। ਮਸ਼ੀਨ ਲਰਨਿੰਗ ਦੇ ਵਿੱਚ ਇਹ ਯੂਜ਼ ਹੋ ਸਕਦੀ ਹੈ, ਠੀਕ ਹੈ। ਜਾਂ ਕੋਈ ਵੀ ਕੰਪਿਊਟਰ ਜਿੱਥੇ ਜ਼ਿਆਦਾ ਯੂਜ਼ ਹੋ ਰਹੀ ਹੈ ਐਪਲੀਕੇਸ਼ਨ ਦੇ ਵਿੱਚ, ਉੱਥੇ ਇਹਦੇ ਵਿੱਚ ਹੁੰਦਾ C4 C5। ਆਪਾਂ ਦੇਖ ਲੈਂਦੇ ਹਾਂ C4 C5 ਇੱਥੇ ਦੇਖ ਲੈਂਦੇ ਹਾਂ। C ਹੁਣ ਤੁਸੀਂ ਯਾਦ ਰੱਖ ਲਓ, ਜੇ ਕੰਪਿਊਟਰ ਆਪਟੀਮਾਈਜ਼ ਹੋ ਗਿਆ C ਤੇ C4 C, ਠੀਕ ਹੈ। ਜਨਰਲ ਪਰਪਸ ਹੋ ਗਿਆ, ਕਿਹੜੀਆਂ A ਤੋਂ ਸਟਾਰਟ ਸਾਰੀਆਂ? ਨਹੀਂ ਹਾਂ, ਨਹੀਂ A1 ਸਾਰੀਆਂ ਨਹੀਂ, A1, ਠੀਕ ਹੈ। ਤੇ T2 ਤੇ T3। T2 ਦੇ ਵਿੱਚ ਤਾਂ 2 ਹੀ ਹੁੰਦੇ, T2 ਤੇ T3 ਹੁੰਦੀਆਂ, ਤੇ ਦੋਵੇਂ ਆ ਗਈਆਂ ਚ ਤਾਂ, ਠੀਕ ਹੈ। ਹੁਣ ਇਹਨਾਂ ਨੇ ਮੈਨੂੰ C4 ਦਿਖਾ ਨਹੀਂ ਰਹੇ। ਆਈ ਥਿੰਕ ਇਹਨਾਂ ਨੇ 4th ਜਨਰੇਸ਼ਨ ਹਟਾਤੀ ਹੋਣੀ ਆ, ਠੀਕ ਹੈ। ਤੇ C5 ਬੇਸਿਕਲੀ ਤੁਸੀਂ ਜੇ ਦੇਖੀਏ ਆਪਾਂ, ਲੈਟਸ ਸੇ C5 ਲਾਰਜ, 2V CPUs ਤੇ 4 GB ਮੈਮਰੀ, 4V CPUs, 16V CPUs, ਆਪਣੇ ਕੋਲ CPUs ਵੱਧਦੇ ਜਾ ਰਹੇ ਨੇ, ਠੀਕ ਹੈ। ਇਹ ਕੰਪਿਊਟ ਆਪਟੀਮਾਈਜ਼ਡ ਹੁੰਦੀਆਂ ਨੇ, ਠੀਕ ਹੈ, ਠੀਕ ਹੈ। C4 C5, ਨੈਕਸਟ, ਹੁਣ ਜੇ ਆਪਾਂ ਇੱਕ ਕੰਪਿਊਟਰ ਆਪਟੀਮਾਈਜ਼ ਕਰਤਾ ਤਾਂ ਨੈਕਸਟ ਕੀ ਚੀਜ਼ ਹੈ, ਮੈਮਰੀ। ਬਸ ਮੈਮਰੀ ਆਪਟੀਮਾਈਜ਼ਡ, ਠੀਕ ਹੈ। ਹੁਣ ਮੈਮਰੀ ਆਪਟੀਮਾਈਜ਼ ਦੇ ਵਿੱਚ ਆਪਾਂ ਨੂੰ ਜ਼ਿਆਦਾ ਮੈਮਰੀ ਮਿਲੇਗੀ, ਠੀਕ ਹੈ। ਜ਼ਿਆਦਾ ਮੈਮਰੀ ਨਹੀਂ, ਪਰ ਮੈਮਰੀ ਫਾਸਟ ਹੋਏਗੀ ਇਹਦੇ ਵਿੱਚ, ਜ਼ਿਆਦਾ ਤੁਸੀਂ ਇਹ ਕਹਿ ਸਕਦੇ ਹੋ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੁੰਦਾ, ਜੋ ਆਪਣੇ ਇੱਕ ਤਾਂ ਆਪਣੇ ਕੋਲ ਸਟੋਰੇਜ ਹੁੰਦੀ ਹੈ, ਸਟੋਰੇਜ ਅਲੱਗ ਚੀਜ਼ ਆ। ਇਹ ਮੈਮਰੀ ਰੈਮ ਦੀ ਗੱਲ ਹੋ ਰਹੀ ਆ। ਹੁਣ ਜਿੱਥੇ ਤੁਹਾਡੇ ਕੋਲ ਜ਼ਿਆਦਾ ਡੇਟਾ ਤੁਹਾਡੀ ਪ੍ਰਾਇਮਰੀ ਮੈਮਰੀ ਦੇ ਵਿੱਚ ਰਹਿ ਰਿਹਾ, ਰੈਮ ਦੇ ਵਿੱਚ ਰਹਿ ਰਿਹਾ, ਕਾਈਂਡ ਆਫ,
ਤਾਂ ਉੱਥੇ ਆਪਾਂ ਮੈਮਰੀ ਆਪਟੀਮਾਈਜ਼ਡ ਇਹ ਚੀਜ਼ਾਂ ਯੂਜ਼ ਕਰਾਂਗੇ। ਓਕੇ ਠੀਕ ਹੈ, ਓਕੇ। ਤਾਂ ਮੈਮਰੀ ਆਪਟੀਮਾਈਜ਼ ਦੇ ਵਿੱਚ ਆਪਣੇ ਆ ਜਾਂਦੇ ਨੇ ਆਰ, ਆਈ ਥਿੰਕ R4 ਤੇ R5 ਇਹਨਾਂ ਨੇ R4 ਵੀ ਹਟਾਤਾ ਹੋਣਾ ਫਿਰ ਤਾਂ, ਜੇ ਸਾਰਿਆਂ ਦੇ 4 ਹਟਾਤੇ ਤਾਂ ਇਹਦਾ ਵੀ ਹਟਾ ਹੀ ਦਿੱਤਾ ਹੋਣਾ। ਤੇ ਆਈ ਥਿੰਕ X ਵੀ ਆਉਂਦਾ, X1 ਤੇ X ਤੇ Z ਵੀ ਆਉਂਦੇ ਚ, ਦੇਖ ਲੈਂਦੇ ਆਪਾਂ ਇੱਕ ਵਾਰ ਇਹ ਚੀਜ਼ਾਂ ਮੈਂ ਦੇਖ ਲੈਂਦੇ ਕਿਹਦੇ ਚ ਆਉਂਦੇ ਆ। ਠੀਕ ਹੈ, ਓਕੇ ਲੈਟਸ ਸੀ X1 ਦੇਖਣਾ ਸੀ ਨਾ ਆਪਾਂ। X है, X1 है ਤੇ Z1 ਹੈ। ਲਾਰਜ ਐਕਸਟਰਾ ਲਾਰਜ ਦੇਖੋ ਇਹਦੇ ਚ 2 CPU 16 GB ਮੈਮਰੀ। ਠੀਕ ਹੈ, ਜ਼ਿਆਦਾ ਸਪੈਸੀਫਿਕੇਸ਼ਨ ਇਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ ਹੋਈ, ਪਰ ਮੋਸਟ ਪ੍ਰੋਬਬਲੀ ਇਹਨਾਂ ਦੇ ਵਿੱਚ ਉਹ ਹੁੰਦਾ ਕਿ ਜ਼ਿਆਦਾ ਫਾਸਟਰ ਤੁਹਾਡੀ ਮੈਮਰੀ ਹੋ ਜਾਂਦੀ ਹੈ। ਸੇਮ ਵਿਦ X1, ਸੇਮ ਇੱਥੇ ਆ ਗਈ 60। ਇਹ ਤਾਂ ਜ਼ਿਆਦਾ ਲਾਰਜ ਹੈ, ਐਕਸਟਰਾ ਲਾਰਜ ਹੈ। ਇਹ ਸਿੱਧਾ ਐਕਸਟਰਾ ਲਾਰਜ ਤੋਂ ਸਟਾਰਟ ਹੋ ਰਹੀ ਹੈ X ਤਾਂ। ਠੀਕ ਹੈ, ਠੀਕ ਹੈ, ਓਕੇ। ਹੁਣ ਆਪਣੇ ਕੋਲ 2 ਹੋਰ ਬਚੀਆਂ। ਠੀਕ ਹੈ, ਓਕੇ। ਇੱਕ ਹੁੰਦੀ ਹੈ ਐਕਸਲਰੇਟਿਡ ਕੰਪਿਊਟਿੰਗ। ਐਕਸਲਰੇਟਿਡ ਕੰਪਿਊਟਿੰਗ ਦੇ ਵਿੱਚ ਕੀ ਹੁੰਦਾ? ਓਕੇ, ਆਪਾਂ ਇਹਦੇ 'ਚ ਕੀ ਹੈ, ਇੱਕ ਅਲੱਗ ਤੋਂ ਹਾਰਡਵੇਅਰ ਯੂਜ਼ ਕੀਤਾ ਜਾਂਦਾ। ਠੀਕ ਹੈ, ਜੋ ਇਹਦੀ ਆਪਣੀ ਕੰਪਿਊਟਿੰਗ ਫਾਸਟ ਕਰ ਦਿੰਦਾ ਜਾਂ ਪ੍ਰੋਸੈਸਿੰਗ ਫਾਸਟ ਕਰ ਦਿੰਦਾ। ਆਪਾਂ ਕੰਪਿਊਟਰ ਆਪਟੀਮਾਈਜ਼ ਕੀ ਕੀਤਾ ਸੀ, ਆਪਾਂ ਪ੍ਰੋਸੈਸਰ ਹੀ ਵਧੀਆ ਵਧਾਤੇ ਸੀ, ਪ੍ਰੋਸੈਸਰ ਹੀ ਉਹ ਕਰਤੇ ਸੀ, ਰਾਈਟ, ਆਪਟੀਮਾਈਜ਼ ਕਰਤੇ ਸੀ। ਹੁਣ ਐਕਸਲਰੇਟਿਡ ਕੰਪਿਊਟਿੰਗ ਦੇ ਵਿੱਚ ਹੁੰਦਾ ਕਿ ਆਪਣੇ ਕੋਲ ਕੋਈ ਅਲੱਗ ਤੋਂ ਹਾਰਡਵੇਅਰ ਲੱਗਦਾ। ਹੁਣ ਇਹਦੇ 'ਚ ਕੀ ਮਤਲਬ, ਆਪਣੇ ਕੋਲ ਜਿਵੇਂ ਕੋਈ ਕੈਲਕੂਲੇਸ਼ਨ ਕਰਨੀ ਹੈ, ਠੀਕ ਹੈ, ਜਾਂ ਆਪਾਂ ਕੋਈ ਗ੍ਰਾਫਿਕ ਪ੍ਰੋਸੈਸਿੰਗ ਕਰਨੀ। ਗ੍ਰਾਫਿਕ ਪ੍ਰੋਸੈਸਿੰਗ ਵੀ ਕਾਫੀ ਕੰਪਲੈਕਸ ਕੈਲਕੂਲੇਸ਼ਨਸ ਹੁੰਦੀਆਂ ਗ੍ਰਾਫਿਕ ਪ੍ਰੋਸੈਸਿੰਗ ਦੇ ਵਿੱਚ। ਜੇ ਆਪਾਂ ਕੋਈ ਵੀ ਗ੍ਰਾਫ ਵਾਲੀ ਐਪਲੀਕੇਸ਼ਨ ਦੇਖੀਏ, ਆਪਾਂ ਤਾਂ ਨਾਰਮਲੀ ਸਿੱਧਾ ਹੀ ਚੀਜ਼ ਕਰ ਰਹੇ ਹਾਂ, ਰਾਈਟ। ਇਹਦੇ ਵਿੱਚ ਪਿੱਛੇ ਕਾਫੀ ਜ਼ਿਆਦਾ ਕੈਲਕੂਲੇਸ਼ਨ ਹੁੰਦੀ ਹੈ। ਠੀਕ ਹੈ, ਇਹ ਆਪ ਪਿੱਛੇ ਜਾ ਕੇ ਸਭ ਮੈਥ ਹੀ ਬਣ ਰਿਹਾ ਹੈਗਾ, ਸਭ ਕੁਝ ਮੈਥ ਦੇ ਵਿੱਚ ਹੀ ਹੋ ਰਿਹਾ ਹੈਗਾ। ਸਭ ਕੁਝ ਜੋ ਵੀ ਮੈਂ ਡੱਬਾ ਬਣਾ ਰਿਹਾ ਹੈਗਾ, ਇਹਦਾ ਪੂਰਾ ਮੈਥ ਚੱਲ ਰਿਹਾ ਪਿੱਛੇ, ਤੇ ਇਹਦੀ ਪੂਰੀ ਕੈਲਕੂਲੇਸ਼ਨ ਚੱਲਦੀ ਹੈ। ਓਕੇ 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 ਓਕੇ, ਠੀਕ ਹੈ, ਤਾਂ ਇਹਦੇ ਲਈ ਇੱਕ ਅਲੱਗ ਤੋਂ ਹਾਰਡਵੇਅਰ ਲਾ ਦਿੱਤਾ ਜਾਂਦਾ। ਆਈ ਡੋਂਟ ਨੋ ਕਿਹੜਾ ਹਾਰਡਵੇਅਰ ਲਾਉਂਦੇ ਹੈਗੇ, ਆਈ ਥਿੰਕ ਕੁਛ ਤਾਂ ਲਾਉਂਦੇ ਹੈਗੇ, ਉਹ ਕਦੇ ਮੈਂ ਦੇਖਿਆ ਨਹੀਂ। ਠੀਕ ਹੈ, ਤੇ ਉਹ ਜ਼ਿਆਦਾ ਫਾਸਟ ਕੈਲਕੂਲੇਸ਼ਨ ਜਾਂ ਗ੍ਰਾਫਿਕ ਪ੍ਰੋਸੈਸਿੰਗ ਵਿਚ ਇਜ਼ ਆਲਸੋ ਕੈਲਕੂਲੇਸ਼ਨ, ਜਾਂ ਕੋਈ ਡੇਟਾ ਪੈਟਰਨਸ ਹੋ ਗਏ, ਕੋਈ ਵੀ ਚੀਜ਼ ਜਿਹੜੀ ਫਾਸਟ ਜਿਹਦੇ ਵਿੱਚ ਕੈਲਕੂਲੇਸ਼ਨ ਇਨਵੋਲਵ ਹੁੰਦੀ ਆ, ਉਹ ਚੀਜ਼ ਕਰਨ ਲਈ ਐਕਸਲਰੇਟਿਡ ਕੰਪਿਊਟਿੰਗ ਯੂਜ਼ ਕੀਤੀ ਜਾਂਦੀ ਆ। ਐਕਸਲਰੇਟਿਡ ਕੰਪਿਊਟਿੰਗ ਦੇ ਵਿੱਚ G ਆ ਜਾਂਦੀ ਆ। G1 ਨਹੀਂ, G ਕਿੱਥੋਂ ਸ਼ੁਰੂ ਹੁੰਦੀ? G1 2 ਹੁੰਦੀ ਹੈ, G3 4 ਹੁੰਦੀ ਆ, ਇਹ ਮੈਨੂੰ ਨਹੀਂ ਯਾਦ। ਲੈਟਸ ਸੀ, G5 G4 G4 ਹੁੰਦੀ ਹੈ। ਬੇਸਿਕਲੀ G ਵਾਲੀ ਫੈਮਿਲੀ ਇਹਦੇ ਵਿੱਚ ਯੂਜ਼ ਹੁੰਦੀ ਆ, G ਫੈਮਿਲੀ। ਠੀਕ ਹੈ, ਓਕੇ, ਤੇ G ਫੈਮਿਲੀ ਯੂਜ਼ ਹੁੰਦੀ ਇਹਦੇ ਵਿੱਚ, ਬਸ ਜਿੰਨਾ ਮੈਨੂੰ ਪਤਾ ਹੈ। ਠੀਕ ਹੈ, ਆਖਰੀ ਦੇ ਵਿੱਚ ਹੁੰਦਾ ਸਟੋਰੇਜ ਆਪਟੀਮਾਈਜ਼ਡ। ਹੁਣ ਮੈਮਰੀ ਤੋਂ ਇੱਕ ਅਲੱਗ ਆਪਾਂ ਸਟੋਰੇਜ ਵੀ ਆਪਟੀਮਾਈਜ਼ ਕਰਨੀ ਹੈ ਕਿ ਆਪਾਂ ਨੂੰ ਜ਼ਿਆਦਾ ਸਟੋਰੇਜ ਮਿਲ ਜਾਏ, ਕਾਈਂਡ ਆਫ, ਜਾਂ ਫਾਸਟਰ ਸਟੋਰੇਜ ਮਿਲ ਜੇ। ਹੁਣ ਇਹ ਕਿਉਂ ਹੁੰਦਾ? ਇਹਦੇ ਵਿੱਚ ਹੁੰਦਾ ਆਪਣੇ ਕੋਲ ਜਦੋਂ ਆਪਾਂ ਨੂੰ ਫਾਸਟਰ ਰੀਡ ਰਾਈਟ ਐਕਸੈਸ। ਰੀਡ ਰਾਈਟ ਐਕਸੈਸ ਦਾ ਮਤਲਬ ਕੀ ਹੈ ਕਿ ਆਪਾਂ ਕਿਸੇ ਫਾਈਲ ਨੂੰ ਐਕਸੈਸ ਕਰ ਰਹੇ ਹਾਂ, ਆਪਾਂ ਉਹਦੇ ਚੋਂ ਰੀਡ ਕਰ ਰਹੇ ਹਾਂ, ਆਪਾਂ ਉਹਦੇ ਚੋਂ ਰਾਈਟ ਕਰ ਰਹੇ ਹਾਂ, ਪਰ ਉਹ ਚੀਜ਼ ਫਾਸਟ ਹੋਣੀ ਚਾਹੀਦੀ ਆ। ਠੀਕ ਹੈ, ਤਾਂ ਉਹਨੂੰ ਆਪਾਂ ਸਟੋਰੇਜ ਆਪਟੀਮਾਈਜ਼ ਦੇ ਵਿੱਚ ਲੈ ਕੇ ਜਾਂਦੇ ਹਾਂ। ਇਹਦੇ ਵਿੱਚ ਆਈ ਥਿੰਕ ਆਪਾਂ ਨੂੰ 2-3 ਚੀਜ਼ਾਂ ਮਿਲਦੀਆਂ ਨੇ। ਆਪਾਂ ਨੂੰ D ਮਿਲਦਾ, D2, ਮੈਨੂੰ ਇੱਕ ਵਾਰ ਚੈੱਕ ਕਰ ਲੈਣ ਦਿਓ। D ਹੁੰਦੀ ਹੈ ਇੱਕ ਫੈਮਿਲੀ ਹੁੰਦੀ ਹੈ, ਇੱਕ H ਹੁੰਦੀ ਹੈ, ਅਤੇ ਇੱਕ I ਹੁੰਦੀ ਹੈ, ਜਿੰਨਾ ਮੈਨੂੰ ਪਤਾ। D ਫੈਮਿਲੀ ਹੈਗੀ ਆ, C ਦੇ ਬਾਅਦ 'ਚ G ਆ ਗਈ, D ਉਹ ਹੈ ਨਹੀਂ, I ਹੈਗੀ ਆ, ਅਤੇ H ਹੋ ਜਾਂਦੀ ਹੈ, H ਵੀ ਨਹੀਂ ਹੈਗੀ ਮੇਰੇ ਹਿਸਾਬ ਨਾਲ, ਨਹੀਂ ਹੈਗੀ। 2 ਮਿੰਟ ਸਰਚ ਕਰਨਾ ਪੈਣਾ। ਸਟੋਰੇਜ optimized instance types in AWS, I and D family, ਪਰ ਆਪਾਂ ਨੂੰ D family ਦਿਖੀ ਨਹੀਂ।
ਹੂੰ आई एंड डी लिख लो बस तुसीं डी एंड आई ठीक है मैं वैसे देख ਤਾਂ ਲਈਆਂ ਸੀ ਸਾਰੀਆਂ ਇੱਕ ਵਾਰ ਪਹਿਲਾਂ ਆਪਣੇ ਆਉਣ ਤੋਂ ਪਰ ਉਹਦੇ 'ਚ ਮੈਨੂੰ ਡੀ ਨਹੀਂ ਦਿਖੀ ਚਲੋ ਕੋਈ ਨਹੀਂ ਮਤਲਬ ਆਈ ਫੈਮਿਲੀ ਸੀ ਮੇਨ ਤਾਂ ਤੁਹਾਨੂੰ ਆਈ ਦਿਖ ਗਈ ਉੱਥੇ ਇੱਕ ਆਈ ਹੋ ਗਈ ਤੇ ਇੱਕ ਡੀ ਫੈਮਿਲੀ ਹੋ ਗਈ ਠੀਕ ਆ ਤਾਂ ਇਹ Yep. ਚੀਜ਼ਾਂ ਆਪਾਂ ਯਾਦ ਰੱਖਣੀਆਂ ਇੰਨੀ ਇੰਪੋਰਟੈਂਟ ਨਹੀਂ ਹੈ ਪਰ ਦੇ ਕੈਨ ਆਸਕ ਕਿ ਯਾਰ ਵੀ ਹੈਵ ਅ ਬਿਜ਼ਨਸ ਲਾਈਕ ਦਿਸ ਐਜ਼ ਅ DevOps engineer what type of instance type would you recommend ਠੀਕ ਹੈ ਹੁਣ ਇਹ ਚੀਜ਼ਾਂ ਕਾਫੀ ਸਿੰਪਲ ਤਰੀਕੇ ਨਾਲ ਆਪਾਂ ਯਾਦ ਰੱਖਦੇ ਹਾਂ ਠੀਕ ਹੈ ਹੁਣ T1 T2 ਆਪਣਾ ਸਭ ਤੋਂ ਜਨਰਲ ਹੈ ਆਪਾਂ ਨੂੰ ਫ੍ਰੀ ਦੇ ਵਿੱਚ ਮਿਲਦਾ ਤੇ ਆਪਾਂ T1 T2 ਯੂਜ਼ ਕਰਦੇ ਹਾਂ ਮੋਸਟਲੀ ਹਰ ਥਾਂ 'ਤੇ ਠੀਕ ਹੈ ਤੇ ਜੇ ਕੋਈ ਜਨਰਲ ਪਰਪਸ ਹੋ ਗਿਆ ਤਾਂ T1 T2 ਹੋ ਗਿਆ ਠੀਕ ਹੈ ਥੋੜੀ ਜਿਹੀ ਆਪਾਂ ਜ਼ਿਆਦਾ ਲਾਰਜ ਸਕੇਲ ਦੇ ਵਿੱਚ ਉਹਨੂੰ ਲੈ ਕੇ ਜਾਣਾ ਤਾਂ ਆਪਾਂ M ਤੇ ਚਲੇ ਜਾਂਦੇ ਹਾਂ ਠੀਕ ਹੈ ਐਮ ਤੇ ਠੀਕ ਆ ਓਕੇ ਨੈਕਸਟ ਇਜ਼ ਕੰਪਿਊਟਿੰਗ ਆਪਟੀਮਾਈਜ਼ਡ C ਤੋਂ ਸਟਾਰਟ ਹੋ ਰਿਹਾ ਤਾਂ C4 C5 C4 C5 ਠੀਕ ਆ bro ਠੀਕ ਹੈ ਮੈਮਰੀ ਆਪਟੀਮਾਈਜ਼ ਦੇ ਵਿੱਚ R Z ਤੇ X ਓਕੇ ਠੀਕ ਹੈ ਤੇ ਐਕਸਲਰੇਟਡ ਕੰਪਿਊਟਿੰਗ ਦੇ ਵਿੱਚ G ਸਟੋਰੇਜ ਆਪਟੀਮਾਈਜ਼ ਦੇ ਵਿੱਚ D ਤੇ I ਡੀ ਤੇ ਆਈ ਠੀਕ ਆ bro ਠੀਕ ਹੈ ਅੱਗੇ ਜੋ ਮਰਜ਼ੀ ਹੋਵੇ 3 ਹੋਵੇ 2 ਹੋਵੇ 5 ਹੋਵੇ ਹਾਂ ਮਤਲਬ ਬੇਸਿਕਲੀ ਤੁਹਾਨੂੰ ਇਹ ਚੀਜ਼ਾਂ ਜ਼ਿਆਦਾ ਦੇਖਣੀ ਪਰ ਯੂ ਵਿਲ ਸੇ ਆਈ ਪ੍ਰੈਫਰ ਥੀਸ ਫੈਮਲੀਜ਼ ਇੰਨਾ ਕਹਿ ਦਿਓ ਬਸ ਠੀਕ ਆ ਠੀਕ ਹੈ ਓਕੇ ਇਹ ਚੀਜ਼ ਹੋ ਗਈ ਆਪਣੀ ਇਹਦੇ 'ਚ ਮੈਂ ਕੁਛ ਮਿਸ ਤਾਂ ਨਹੀਂ ਕੀਤਾ ਨਹੀਂ ਜ਼ਿਆਦਾ ਕੁਛ ਨਹੀਂ ਮਿਸ ਕੀਤਾ ਕੁਛ ਨਹੀਂ ਹੋਣਾ ਜ਼ਿਆਦਾ ਹੁਣ ਆਪਾਂ ਬੇਸਿਕਲੀ ਇਹਦੇ ਵਿੱਚ ਹੁੰਦਾ ਲੈਟ ਮੀ ਗੋ ਬੈਕ ਟੂ AWS ਆਪਣਾ AWS ਆ ਗਿਆ ਹੁਣ ਆਪਾਂ ਇੱਥੇ T2.micro ਸਿਲੈਕਟ ਕਰ ਲਿਆ ਕਿਉਂਕਿ ਫ੍ਰੀ ਟਾਇਰ ਐਲੀਜੀਬਲ ਇਹੀ ਹੈ ਹੁਣ ਆਪਾਂ ਆਉਣੇ ਹਾਂ ਕੀ ਪੇਅਰਸ ਤੇ ਠੀਕ ਹੈ ਡਿਫਾਲਟ ਵੈਲਿਊ ਓਕੇ ਹੁਣ ਇਹਦੇ ਵਿੱਚ ਕੀ ਹੁੰਦਾ ਇੱਕ ਪਬਲਿਕ ਕੀ ਹੁੰਦੀ ਹੈ ਇੱਕ ਪ੍ਰਾਈਵੇਟ ਕੀ ਹੁੰਦੀ ਆ ਆਪਾਂ ਇਹ ਯੂਜ਼ ਨਹੀਂ ਕਰਦੇ ਮੋਸਟਲੀ ਠੀਕ ਹੈ ਪਰ ਇਹ ਚੀਜ਼ਾਂ ਇਹਨੂੰ ਐਕਸੈਸ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਕਿ ਮੰਨ ਲਓ ਯੂ ਹੈਵ ਅ ਕੀ ਪੇਅਰ ਆਪਾਂ ਨੂੰ ਇੱਕ AWS ਦੀ ਪਬਲਿਕ ਕੀ ਮਿਲੇਗੀ ਆਪਾਂ ਨੂੰ ਇੱਕ AWS ਦੀ ਪ੍ਰਾਈਵੇਟ ਕੀ ਮਿਲੇਗੀ ਮੰਨ ਲਓ ਇੱਕ ਅਕਾਊਂਟ ਨੇਮ ਹੋ ਗਿਆ ਇੱਕ ਉਹਦਾ ਪਾਸਵਰਡ ਹੋ ਗਿਆ ਠੀਕ ਹੈ ਆਪਾਂ ਆਪਣੇ ਜੋ ਇੰਸਟੈਂਸ ਨਾਲ ਕਨੈਕਟ ਕਰਦੇ ਹਾਂ ਉਹ ਜੇ ਆਪਾਂ ਇਹਨੂੰ ਸਿਕਿਉਰ ਰੱਖਣਾ ਹੈ ਤਾਂ ਆਪਾਂ ਇੱਕ ਕੀ ਪੇਅਰ ਦੀ ਵੈਲਿਊ ਬਣਾ ਲੈਂਦੇ ਹਾਂ ਠੀਕ ਹੈ ਹੁਣ ਆਪਣੇ ਵਿੱਚ ਇਹਦੇ 'ਚ ਕੀ ਹੁੰਦਾ ਸੀ ਆਈ ਥਿੰਕ ਵਿੰਡੋਜ਼ AMI ਦੇ ਵਿੱਚ ਆਪਾਂ ਨੂੰ ਪ੍ਰਾਈਵੇਟ ਕੀ ਦੇਣੀ ਪੈਂਦੀ ਆ ਠੀਕ ਹੈ ਫਿਰ ਤੁਸੀਂ ਐਡਮਿਨਿਸਟ੍ਰੇਟਰ ਤੇ ਪਹੁੰਚਦੇ ਹੋ ਉਹਦੇ ਫਿਰ ਤੁਸੀਂ ਉਹਦੇ ਵਿੱਚ ਆਪਣੀ ਪ੍ਰਾਈਵੇਟ ਨਹੀਂ ਪਹਿਲਾਂ ਪਬਲਿਕ ਕੀ ਦੇਣੇ ਤਾਂ ਐਡਮਿਨਿਸਟ੍ਰੇਟਰ ਵਾਲਾ ਯੂਜ਼ਰ ਖੁੱਲ ਜਾਂਦਾ ਤੁਹਾਡੇ ਲਈ ਫਿਰ ਤੁਸੀਂ ਉਹਦੇ ਵਿੱਚ ਪ੍ਰਾਈਵੇਟ ਕੀ ਪਾਉਣੇ ਤੁਸੀਂ ਉਹਦੇ ਵਿੱਚ ਲੌਗਇਨ ਕਰ ਜਾਂਦੇ ਹੋ ਅੱਛਾ ਤੇ ਲਿਨਕਸ ਤੁਹਾਡਾ ਸਿੱਧਾ ਪ੍ਰਾਈਵੇਟ ਕੀ ਪਾਉਂਗੇ ਤਾਂ ਉਹ SSH ਕਰਕੇ ਤੁਹਾਨੂੰ ਇੰਸਟੈਂਸ ਦੇ ਨਾਲ ਕਨੈਕਟ ਕਰ ਦੇਗਾ ਡਿਫਾਲਟਲੀ ਆਪਾਂ ਜੇ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਂਦੇ ਤਾਂ ਆਪਾਂ ਨੂੰ ਇੱਕ ਬਿਨਾਂ ਉਹਦੇ ਬਿਨਾਂ ਉਹਦੇ ਆਪਾਂ ਕਨੈਕਟ ਕਰ ਸਕਦੇ ਹਾਂ ਠੀਕ ਆ ਤੁਹਾਨੂੰ ਮਿਲ ਜਾਣੀ ਪਬਲਿਕ ਹੀ ਹੈ ਨਾ ਹਾਂ ਮਤਲਬ ਆਪਾਂ ਬਿਨਾਂ ਉਹ ਤੋਂ ਕਨੈਕਟ ਕਰਕੇ ਦੇਖਾਂਗੇ ਇਹ ਠੀਕ ਹੈ ਠੀਕ ਹੈ ਹੁਣ ਆਪਾਂ ਆ ਗਏ ਨੈਟਵਰਕ ਤੇ ਆਪਾਂ ਨੂੰ ਆ ਦੇਖੋ ਇੱਕ VPC ਮਿਲਿਆ ਹੋਇਆ ਡਿਫਾਲਟ VPC ਇੱਕ ਆਪਾਂ ਨੂੰ ਡਿਫਾਲਟ VPC ਮਿਲਿਆ ਹੋਇਆ ਲੈਟਸ ਜਸਟ ਗੋ ਟੂ ਐਡਿਟ ਠੀਕ ਹੈ ਆਪਾਂ ਨੂੰ ਆ VPC ਦਿਖ ਰਿਹਾ ਠੀਕ ਹੈ ਹੁਣ ਆਪਾਂ ਨੂੰ ਨੋ ਪ੍ਰੈਫਰੈਂਸ ਆਪਾਂ ਇਹਨਾਂ 'ਚ ਨਹੀਂ ਤਾਂ ਆਪਾਂ ਕੋਈ ਸਬਨੈਟ ਚੂਜ਼ ਕਰਦੇ ਹੁੰਦੇ ਹਾਂ ਨਹੀਂ ਤਾਂ ਆਪਾਂ ਇੱਕ ਆਪਣਾ ਨਵਾਂ ਸਬਨੈਟ ਬਣਾ ਸਕਦੇ ਹਾਂ ਪਰ ਇਹ ਜਦੋਂ ਆਪਾਂ ਕਰਾਂਗੇ ਨੈਟਵਰਕ ਵਾਲੀ ਜਦੋਂ ਚੀਜ਼ ਕਰਾਂਗੇ ਉਦੋਂ ਕਰਾਂਗੇ ਇਹ ਚੀਜ਼ ਠੀਕ ਹੈ ਨਵਾਂ ਸਬਨੈਟ ਬਣਾਵਾਂਗੇ ਤੇ ਅਸਾਈਨ ਕਰਾਂਗੇ ਆਪਾਂ ਨੂੰ ਹੁਣ ਕੋਈ ਵੀ ਸਬਨੈਟ ਮਿਲ ਜਾ ਆਪਾਂ ਨੂੰ ਕੋਈ ਦਿੱਕਤ ਨਹੀਂ ਆ ਠੀਕ ਹੈ ਹੁਣ ਆਪਾਂ ਨੂੰ ਜਿਹੜਾ VPC ਦਿੱਤਾ ਹੋਇਆ ਇਹ ਆਪਾਂ ਚੇਂਜ ਨਹੀਂ ਕਰ ਸਕਦੇ ਰਾਈਟ ਇਹ ਕਰ ਸਕਦੇ ਹਾਂ ਆਪਾਂ ਇਹ ਆਪਾਂ ਸਾਈਡ ਤੇ ਹਜੇ ਇਹ ਸਭ ਚੀਜ਼ਾਂ ਨੈਟਵਰਕ ਦੇ ਵਿੱਚ ਆਉਣਗੀਆਂ ਆਪਾਂ ਇੱਕ ਆਪਣਾ ਅਲੱਗ VPC ਬਣਾ ਸਕਦੇ ਹਾਂ ਆਪਾਂ ਇਹ ਸਭ ਚੀਜ਼ਾਂ ਕਰਕੇ ਇੱਥੇ ਲਿਸਟ ਆ ਜਾਏਗੀ ਉਹਦੀ ਠੀਕ ਹੈ VPC ਦੀ ਓਕੇ ਹਾਂ ਓਕੇ ਤੇ ਹੁਣ ਇਹ VPC ਅੰਦਰ ਇਹ ਸਬਨੈਟ ਆਪਾਂ ਇਹਨਾਂ ਚੋਂ ਕੋਈ ਚੂਜ਼ ਕਰ ਸਕਦੇ ਹਾਂ ਆਪਣੀ ਕੋਈ ਪ੍ਰੈਫਰੈਂਸ ਨਹੀਂ ਹੈਗੀ ਤਾਂ ਆਪਾਂ ਇੱਦਾਂ ਕਰਤਾ ਇਹਨੂੰ ਬਸ ਠੀਕ ਹੈ ਆਟੋ ਅਸਾਈਨ ਪਬਲਿਕ IP ਆਪਾਂ ਇਨੇਬਲ ਕੀਤੀ ਹੋਈ ਹੈ ਜੇ ਆਪਾਂ ਡਿਸੇਬਲ ਕਰ ਦਾਂਗੇ ਤਾਂ ਉਹ ਨਹੀਂ ਇਨੇਬਲ ਕਰੇਗਾ ਠੀਕ ਹੈ ਸਿਕਿਉਰਿਟੀ ਗਰੁੱਪਸ ਆਪਾਂ ਡਿਸਕਸ ਕਰ ਲਏ ਸੀ ਹਾਂ ਹੁਣ ਆਪਣੇ ਕੋਲ ਕੀ ਹੁੰਦਾ 2 ਮਿੰਟ ਰੁਕ ਜਾਓ ਹੁਣ ਜਿਵੇਂ ਆਪਣਾ ਇਹਦੇ 'ਚ ਰੀਜਨਸ ਕਿੱਥੇ ਹੁੰਦਾ ਇੱਥੇ ਰੀਜਨ ਆਪਾਂ ਸਿਲੈਕਟ ਨਹੀਂ ਕਰਦੇ ਰੀਜਨ ਜੋ ਆਪਣਾ ਇੱਥੇ ਸਿਲੈਕਟਡ ਆ ਉਹੀ ਹੁੰਦਾ ਇੱਥੇ ਸਿਲੈਕਸ਼ਨ ਦਾ ਆਪਸ਼ਨ ਨਹੀਂ ਹੁੰਦਾ ਉਹੀ ਹੁੰਦਾ ਰਾਈਟ ਹਾਂ ਜਸਟ ਚੈੱਕ ਮੈਂ ਸਹੀ ਬੋਲ ਰਿਹਾ ਨਾ ਨਹੀਂ ਸਹੀ ਬੋਲ ਰਿਹਾ ਮੈਂ ਠੀਕ ਹੈ ਓਕੇ
ਹੁਣ ਆਪਾਂ ਇਹਨੂੰ ਮੈਂ erase ਕਰ ਦਿੰਦਾ 2 ਮਿੰਟ ਰੁਕ ਜਾਓ ਆਪਾਂ ਨੈਟਵਰਕ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਰੀਜਨ ਆ ਜਾਂਦੇ ਨੇ ਆਪਾਂ ਇੱਕ ਵੱਡਾ ਜਿਹਾ ਡੱਬਾ ਬਣਾ ਲਈਏ ਰੀਜਨ ਦਾ ਇਹ ਤਾਂ ਚਲੋ ਮੈਂ ਐਕਸਪਲੇਨ ਕਰਤਾ ਸੀ ਜ਼ਿਆਦਾ ਵਾਪਸ ਉੱਤੇ ਆਪਾਂ ਆਉਂਦੇ ਨਹੀਂ ਆ ਆਪਣੇ ਕੋਲ ਇੱਕ ਰੀਜਨ ਆਉਂਦਾ ਨੈਟਵਰਕ ਸੈਟਿੰਗ ਦੇ ਵਿੱਚ ਠੀਕ ਹੈ ਯਾ ਫਿਰ ਆਪਣੇ ਕੋਲ ਇੱਕ VPC ਆਉਂਦਾ ਫਿਰ ਆਪਣੇ ਕੋਲ ਇੱਕ ਅਵੇਲੇਬਿਲਿਟੀ ਜ਼ੋਨ ਆਉਂਦਾ ਫਿਰ ਇਹਦੇ ਵਿੱਚ ਆਪਣੇ ਕੋਲ ਇੱਕ ਪਬਲਿਕ ਸਬਨੈਟਸ ਹੁੰਦੇ ਆ ਜੋ ਆਪਾਂ ਲੈਣੇ ਆ ਜਾਂ ਆਪਣੇ ਕੋਲ ਜੋ ਵੀ ਆਪਣੇ ਪ੍ਰਾਈਵੇਟ ਸਬਨੈਟਸ ਹੋ ਗਏ ਆਪਣੇ ਵਿੱਚ ਇਹਦੇ ਵਿੱਚ ਉਹ ਆਉਂਦੇ ਆ ਇਹਦੇ 'ਚ ਆਪਾਂ ਇੱਕ ਆਪਣਾ ਇੰਸਟੈਂਸ ਰੱਖ ਦਿੰਦੇ ਆ ਇਹਨੂੰ ਮੈਂ ਕੰਪਿਊਟਰ ਚਿਪ ਦੇ ਵਾਂਗੂ ਦਿਖਾਤਾ ਠੀਕ ਹੈ ਹੁਣ ਨੈਟਵਰਕ ਸੈਕਿੰਗ ਦੇ ਇੱਕ ਚੀਜ਼ ਤੁਸੀਂ ਦੇਖੀ ਆਪਾਂ ਸਿਕਿਉਰਿਟੀ ਗਰੁੱਪ ਹੁਣ ਆਪਾਂ ਮੰਨ ਲਓ ਇੱਥੇ ਮੇਰਾ ਆ ਹੈਗਾ ਇੰਸਟੈਂਸ ਮੇਨ ਚੀਜ਼ ਤਾਂ ਮੈਂ ਇਹ ਸਮਝਾਉਣੀ ਸੀ ਇਹ ਮੇਰਾ ਇੰਸਟੈਂਸ ਆ ਠੀਕ ਆ ਮੈਂ ਇਹਨੂੰ ਇੱਕ ਸਿਕਿਉਰਿਟੀ ਗਰੁੱਪ ਚ ਪਾਤਾ ਠੀਕ ਹੈ ਹੁਣ ਲੈਟਸ ਮੈਂ ਗੋ ਬੈਕ ਮੈਂ ਤੁਹਾਨੂੰ ਦਿਖਾਵਾਂ ਇਹਦੇ ਵਿੱਚ ਕੀ ਕੀ ਸੈਟਅਪ ਹੈ ਸਿਕਿਉਰਿਟੀ ਗਰੁੱਪ ਦਾ ਇੱਕ ਨੇਮ ਆ ਕ੍ਰੀਏਟ ਨਿਊ ਸਿਕਿਉਰਿਟੀ ਗਰੁੱਪ ਕਰ ਰਿਹਾ ਤਾਂ ਉਹਦਾ ਨਾਮ ਇੱਕ ਦਿਨ ਦੇਤਾ ਠੀਕ ਹੈ ਡਿਸਕ੍ਰਿਪਸ਼ਨ ਮਤਲਬ ਜੋ ਵੀ ਬੰਦਾ ਪੜ੍ਹੇਗਾ ਉਹਦੇ ਬਾਰੇ ਆ ਠੀਕ ਹੈ ਹੁਣ ਇਹਦੇ ਵਿੱਚ ਇਹਨਾਂ ਨੇ ਇੱਕ ਇਨਬਾਊਂਡ ਰੂਲ ਲਾਇਆ ਹੋਇਆ ਠੀਕ ਹੈ ਇਹਨਾਂ ਨੇ ਇਨਬਾਊਂਡ ਲਾਇਆ ਆਊਟਬਾਊਂਡ ਕਿਉਂ ਨਹੀਂ ਦਿਖਾ ਰਹੇ ਥੇ ਐਡ ਸਿਕਿਉਰਿਟੀ ਗਰੁੱਪ ਰੂਲ ਇੱਥੇ ਵੀ ਇਹ ਸਾਰੇ ਇਨਬਾਊਂਡ ਹੀ ਦਿਖਾ ਰਿਹਾ ਠੀਕ ਹੈ ਕੋਈ ਨਹੀਂ ਆਊਟਬਾਊਂਡ ਰੂਲਸ ਵੀ ਹੁੰਦੇ ਆ ਆਈ ਥਿੰਕ ਇੱਥੋਂ ਨਹੀਂ ਸੈਟਅਪ ਹੁੰਦੇ ਇਨਬਾਊਂਡ ਮੈਨੂੰ ਲੱਗਦਾ VM ਨੂੰ ਐਕਸੈਸ ਕਰਨ ਵਾਸਤੇ ਆਊਟਬਾਊਂਡ ਹੁੰਦਾ ਹੈ VM ਤੋਂ ਨੈਟਵਰਕ ਕੋਈ ਚੀਜ਼ਾਂ ਬਾਹਰ ਜਾ ਰਹੀਆਂ ਰਾਈਟ ਬਿਲਕੁਲ ਸਹੀ ਆਪਾਂ ਬਣ ਗਏ ਬਸ ਡੈਵਓਪਸ ਇੰਜੀਨੀਅਰ ਇੰਨੇ ਹੀ ਇਹ ਚੀਜ਼ਾਂ ਪਤਾ ਹੋਣੀ ਚਾਹੀਦੀਆਂ ਬਸ ਇਨਬਾਊਂਡ ਦਾ ਕੋਸ਼ਿਸ਼ ਕਰਤਾ ਬਾਈ ਨੇ ਹਾਂ ਆ ਲੋ ਇਨਬਾਊਂਡ ਰੂਲ ਆ ਗਿਆ ਆਪਣੇ ਕੋਲ ਬਾਹਰੋਂ ਕੋਈ ਰਿਕੁਐਸਟ ਆ ਰਹੀ ਆ ਠੀਕ ਹੈ ਹੁਣ ਇਹਦਾ ਇੱਕ ਟਾਈਪ ਹੁੰਦਾ ਜਿਵੇਂ SSH ਹੋ ਗਿਆ ਠੀਕ ਹੈ HTTP ਹੋ ਗਿਆ ਜਾਂ ਮਤਲਬ ਟਾਈਪ ਹੋ ਗਿਆ ਰਿਕੁਐਸਟ ਦਾ ਬੇਸਿਕਲੀ ਜੋ ਕਿ ਆਪਾਂ ਇੱਥੇ ਦੇਖ ਰਹੇ ਹਾਂ ਠੀਕ ਹੈ ਕਿੱਥੇ ਗਿਆ ਸਿਕਿਉਰਿਟੀ ਗਰੁੱਪਸ ਆ ਪਿਆ ਸਿਕਿਉਰਿਟੀ ਗਰੁੱਪ ਰੂਲ 1 ਆਪਾਂ ਇੱਥੇ SSH ਲਿਖਿਆ ਹੋਇਆ ਠੀਕ ਹੈ ਹੁਣ ਮਤਲਬ SSH ਉਹਦੀ ਪ੍ਰੋਟੋਕਾਲ ਉਹਦੀ ਪੋਰਟ ਰੇਂਜ ਠੀਕ ਹੈ ਹੁਣ SSH ਦੇ ਵਿੱਚ ਤਾਂ ਡਿਫਾਲਟ ਆਪਣੇ ਕੋਲ ਪ੍ਰੋਟੋਕਾਲ TCP ਹੁੰਦਾ ਤੇ ਪੋਰਟ ਰੇਂਜ ਹੁੰਦੀ ਹੈ ਨੈਟਵਰਕ ਦੇ ਵਿੱਚ ਪੜ੍ਹਦੇ ਆ ਠੀਕ ਹੈ ਸੋਰਸ ਟਾਈਪ ਦੇ ਵਿੱਚ ਆਪਾਂ ਕਿਹੜੀ IP ਅਲਾਉ ਕਰਨੀ ਆ ਇਹ ਆਪਾਂ ਉਹਦੇ ਡਿਸਕਸ ਕੀਤਾ ਸੀ ਠੀਕ ਹੈ ਹੁਣ ਉਹ IP ਹੋ ਗਿਆ ਤੇ ਸੋਰਸ ਦੇ ਵਿੱਚ ਕੁਝ ਨਹੀਂ ਤੇ ਇਹਦਾ ਡਿਸਕ੍ਰਿਪਸ਼ਨ ਹੋ ਗਿਆ ਹੁਣ ਇਨਬਾਊਂਡ ਰੂਲ ਮੈਂ SSH ਡਿਫਾਈਨ ਕੀਤਾ ਮਤਲਬ ਸਿਰਫ SSH ਵਾਲੀ ਆਊਗੀ ਤੇ ਅੰਦਰ ਜਾ ਕੇ ਇੰਸਟੈਂਸ ਨੂੰ ਐਕਸੈਸ ਕਰੂਗੀ ਹੁਣ ਮੈਂ ਇੱਥੇ HTTP ਰਿਕੁਐਸਟ ਪਾਈ ਠੀਕ ਹੈ ਉਹਨੇ ਕੱਟ ਦੇਣੀ ਆ ਜਦ ਮੈਂ ਕੋਈ ਵੀ ਰਿਕੁਐਸਟ ਪਾਉਂਗਾ ਉਹਨੇ ਕੱਟ ਦੇਣੀ ਆ ਠੀਕ ਹੈ ਹੁਣ ਇਹਦਾ ਕੀ ਸੀਨ ਹੁੰਦਾ ਕਿ SSH ਇਹਨੇ ਅਲਾਉ ਕਰਤੀ ਠੀਕ ਹੈ ਹੁਣ ਆਪਾਂ ਮੰਨ ਲਓ ਮੈਂ ਕਹਿੰਦਾ ਯਾਰ ਜੋ ਵੀ ਆਏ ਸਾਰੀ ਅਲਾਉ ਕਰਨੀ ਆ ਮੈਂ ਕੋਈ ਵੀ ਰੂਲ ਨਹੀਂ ਪਾਉਂਗਾ ਤਾਂ ਡਿਫਾਲਟ ਸਾਰੀ ਅਲਾਉ ਕਰ ਦਿੰਦਾ ਫਿਰ ਉਹ ਇੱਕ ਵੀ ਰੂਲ ਐਡ ਹੋ ਗਿਆ ਉਹਨੇ ਸਭ ਕੁਝ ਫਿਰ ਉਹ ਰਿਕੁਐਸਟ ਨੂੰ ਛੱਡ ਕੇ ਬਾਕੀ ਸਭ ਉਹਨੇ ਉਹ ਕਰਨਾ ਸ਼ੁਰੂ ਕਰ ਦੇਣਾ ਕੀ ਕਹਿੰਦੇ ਉਹਨੂੰ ਰਿਜੈਕਟ ਕਰਨਾ ਓਕੇ ਠੀਕ ਹੈ ਹੁਣ ਆਊਟਬਾਊਂਡ ਰੂਲ ਕੀ ਹੁੰਦਾ ਲੈਟ ਮੀ ਇੱਕ ਥੋੜਾ ਜਿਹਾ ਵੱਡਾ ਬਣਾ ਦਿੰਦੇ ਆਪਾਂ ਇੱਥੋਂ ਇੱਥੇ ਮੇਰਾ ਇੰਸਟੈਂਸ ਹੈ ਠੀਕ ਹੈ ਹੁਣ ਇੰਸਟੈਂਸ ਬਾਹਰ ਕੋਈ ਚੀਜ਼ ਭੇਜਿਆ ਰਿਪਲਾਈ ਵੀ ਤਾਂ ਕਰੇਗਾ ਉਹਨੂੰ SSH ਵਾਲੀ ਨੂੰ ਇਹਨੇ ਰਿਕੁਐਸਟ ਭੇਜੀ ਆਪਾਂ ਇਹਨੂੰ ਰਿਪਲਾਈ ਵੀ ਕਰਨਾ ਹੁੰਦਾ ਤਾਂ ਆਪਾਂ ਜੇ SSH ਅਲਾਉ ਕੀਤੀ ਹੋਈ ਹੈ ਆਊਟਬਾਊਂਡ ਦੇ ਵਿੱਚ ਬਾਈ ਡਿਫਾਲਟ ਜੋ ਤੁਸੀਂ ਇਨਬਾਊਂਡ ਦੇ ਲਈ ਅਲਾਉ ਕਰਦੇ ਹੋ ਆਊਟਬਾਊਂਡ ਦੇ ਲਈ ਉਹ ਅਲਾਉ ਹੋ ਜਾਂਦੀ ਹੈ ਠੀਕ ਹੈ ਹੁਣ ਇਹਦੇ ਵਿੱਚ ਹੁੰਦਾ ਆਪਾਂ SSH ਅਲਾਉ ਕੀਤਾ ਤਾਂ SSH ਭੇਜ ਦੇਗਾ HTTP ਤੇ HTTPS ਨਹੀਂ ਭੇਜ ਪਾਏਗਾ ਠੀਕ ਹੈ ਹੁਣ ਇੱਕ ਚੀਜ਼ ਇਹਦੇ ਵਿੱਚ ਤੁਹਾਨੂੰ ਕੁਐਸਚਨ ਜੋ ਆ ਸਕਦਾ ਕਿ ਕੀ ਮੈਂ ਇਹੋ ਜਿਹੇ ਰੂਲ ਡਿਫਾਈਨ ਕਰ ਸਕਦਾ ਵੀ ਕਿਹਨੂੰ ਅਲਾਉ ਨਹੀਂ ਕਰਨਾ ਜਿਵੇਂ ਸਿਰਫ HTTP ਅਲਾਉ ਨਹੀਂ ਕਰਨਾ ਕੀ ਮੈਂ ਇਹ ਕਰ ਸਕਦਾ ਨਹੀਂ ਕਰ ਸਕਦੇ ਆਪਾਂ ਇਹ ਨਹੀਂ ਕਰ ਸਕਦੇ ਆਪਾਂ ਸਿਰਫ ਇਹ ਕਰ ਸਕਦੇ ਹਾਂ ਕਿ ਕਿਹਨੂੰ ਅਲਾਉ ਕਰਨਾ ਕਿਹਨੂੰ ਅਲਾਉ ਨਹੀਂ ਹਾਂ ਐਵਰੀਥਿੰਗ ਇਜ਼ ਬਲੌਕਡ ਸਿੱਧੀ ਗੱਲ ਹੈ ਐਵਰੀਥਿੰਗ ਇਜ਼ ਬਲੌਕਡ ਆਪਾਂ ਸਿਰਫ ਉਹ ਡਿਫਾਈਨ ਕਰ ਸਕਦੇ
ਕਿਹਨੂੰ ਅਲਾਉ ਕਰਨਾ ਹੈ, ਜੇ ਆਪਾਂ ਕੁਛ ਨੇ ਡਿਫਾਈਨ ਕੀਤਾ ਸਭ ਅਲਾਉਡ ਹੈ, ਫਿਰ ਇਹ ਚੀਜ਼ ਹੈ ਬਸ। ਸਭ ਅਲਾਉਡ ਆ, ਠੀਕ ਹੈ ਬ్రో। ਠੀਕ ਹੈ, ਬ్రో ਆਊਟਬਾਉਂਡ ਵੀ ਆਪਾਂ ਲਾ ਸਕਦੇ ਹਾਂ ਰੂਲ ਇੱਥੇ, ਜਾਂ ਆਊਟਬਾਉਂਡ ਹੁੰਦਾ ਇਨਬਾਉਂਡ? ਨਹੀਂ ਹੁੰਦਾ, ਆਊਟਬਾਉਂਡ ਆਪਾਂ ਲਾ ਸਕਦੇ ਹਾਂ, ਮੈਨੂੰ ਹੁਣ ਇੱਥੇ ਦਿਖ ਨਹੀਂ ਰਿਹਾ, ਇੱਕ ਵਾਰ ਮੈਨੂੰ ਨੈਟਵਰਕ ਵਾਲਾ ਦੇਖਣਾ ਪੈਣਾ ਦੁਬਾਰੇ। ਆਊਟਬਾਉਂਡ ਹੁੰਦਾ ਰੂਲ, ਆਪਾਂ ਸਿਕਿਉਰਿਟੀ ਗਰੁੱਪ ਦੇ ਵਿੱਚ ਲਾ ਸਕਦੇ ਹਾਂ ਆਊਟਬਾਉਂਡ ਰੂਲਸ। ਮੈਨੂੰ ਲੱਗਦਾ ਸਿਕਿਉਰਿਟੀ ਗਰੁੱਪ ਬਾਅਦ ਵੀ ਆਪਾਂ ਚੇਂਜ ਕਰ ਹੀ ਸਕਦੇ ਹਾਂ। ਹਾਂ ਬਾਅਦ 'ਚ ਵੀ ਚੇਂਜ ਕਰ ਸਕਦੇ ਹਾਂ, ਇਹ ਤਾਂ ਕਦੇ ਵੀ ਕਰ ਸਕਦਾ। ਆਪਾਂ ਇਹਨੂੰ ਇੱਕ ਮੰਨ ਲਓ ਆਪਾਂ ਇਹਨੂੰ ਇੱਕ ਸਿਕਿਉਰਿਟੀ ਗਰੁੱਪ ਦੇਤਾ ਜਿਹੜਾ ਐਸਐਸ ਅਲਾਉ ਕਰਦਾ ਹੈ, ਆਪਾਂ ਇਹਨੂੰ ਇੱਕ ਹੋਰ ਸਿਕਿਉਰਿਟੀ ਗਰੁੱਪ ਦੇਤਾ ਇੱਧਰ ਆ ਜਿਹੜਾ ਐਡਾ ਵੱਡਾ, ਆਪਾਂ ਇਹਦੇ ਵਿੱਚ ਅਲਾਉ ਕੀਤਾ HTTP, ਹੁਣ ਇਹ ਦੋਵੇਂ ਅਲਾਉ ਕਰ ਦੇਗਾ। ਠੀਕ ਹੈ ਇੱਦਾਂ ਕਰ ਸਕਦੇ ਹਾਂ ਆਪਾਂ। ਇਹ ਕਨਫਲਿਕਟ ਵੀ ਹੋ ਜਾਂਦਾ ਹਨਾ, ਸਪੋਜ਼ ਕਰੋ ਮੈਂ ਇਧਰੋਂ ਕਹਤਾ ਵੀ SSH ਅਲਾਉ ਕਰ ਦੇ, ਠੀਕ ਹੈ, ਉਧਰੋਂ ਕਹਾਂ ਵੀ HTTP, ਅੱਛਾ ਉਹ ਹੋ ਹੀ ਨਹੀਂ ਸਕਦਾ ਚੀਜ਼ ਹਨਾ, ਸੌਰੀ। ਹਾਂ ਆਪਾਂ ਮੰਨ ਲਓ ਇਹਨੂੰ ਦੋ ਅਡਰ ਟਾਈਪ ਦੇ ਉਹ ਦੇਣੇ ਹੈਗੇ, ਕੀ ਕਹਿੰਦੇ ਉਹਨੂੰ, ਪਰਮਿਸ਼ਨਸ ਦੇਣੀਆਂ, ਤਾਂ ਆਪਾਂ ਸਿਕਿਉਰਿਟੀ ਗਰੁੱਪਸ ਯੂਜ਼ ਕਰ ਲੈਣੇ ਕਿ ਆਪਾਂ ਨੂੰ ਇਸ ਪਰਮਿਸ਼ਨਸ ਬਾਰ-ਬਾਰ ਨਾ ਸੈਟਅਪ ਕਰਨੀਆਂ ਪੈਣ। ਠੀਕ ਹੈ ਆਪਣੇ ਯੂਜ਼ ਕੇਸ ਦੇ ਹਿਸਾਬ ਨਾਲ ਸਿਕਿਉਰਿਟੀ ਗਰੁੱਪਸ ਬਣ ਜਾਂਦੇ ਨੇ। ਓਕੇ ਨਹੀਂ ਠੀਕ ਹੈ ਗੁੱਡ। ਪਰ ਉੱਥੇ ਆਪਾਂ ਸਿਲੈਕਟ ਕਰ ਲਿਆ ਗਿਆ ਆਪਣਾ ਹਨਾ ਗਰੁੱਪ ਕਿਹੜਾ ਸੀ। ਬਿਲਕੁਲ ਠੀਕ ਹੈ, ਓਕੇ ਲੈਟਸ ਸੇ ਮੈਂ ਕਿੱਥੇ ਗਿਆ, ਇੱਥੇ ਸੀ ਆਪਾਂ। ਆਉਣੇ ਸਟੋਰੇਜ ਤੇ, ਸਟੋਰੇਜ ਦੇ ਟਾਈਪਸ ਹੁੰਦੇ ਆ। ਹੁਣ ਆਪਾਂ ਤਾਂ ਇੱਥੇ EBS ਦੇਖ ਰਹੇ ਹਾਂ, ਠੀਕ ਹੈ, ਇਨਫੋ ਦੇ ਵਿੱਚ ਕੀ ਹੈ ਸਟੋਰੇਜ ਟਾਈਪ। ਆਪਾਂ ਦੋ ਟਾਈਪ, ਮਤਲਬ ਸਟੋਰੇਜ ਕਾਫੀ ਟਾਈਪ ਦੀ ਹੁੰਦੀ ਆ, ਠੀਕ ਹੈ। ਇੱਕ ਤਾਂ EBS ਹੋ ਗਈ, ਆਪਾਂ ਨੂੰ ਇੱਕ ਦੁਬਾਰਾ ਆ ਜਾਂਦਾ ਆਪਾਂ ਪ੍ਰਿੰਟ ਤੇ, EBS ਦਾ ਫੁੱਲ ਫਾਰਮ ਕੀ ਹੁੰਦਾ ਇਹ ਆਪਾਂ ਕੱਲ ਵੀ ਡਿਸਕਸ ਕੀਤਾ ਕਿ ਬੀਨਸਟਾਕ ਨਹੀਂ ਹੁੰਦਾ। ਇਹ ਆਪਾਂ ਕੱਲ ਹੀ ਦੇਖਿਆ ਸੀਗਾ ਕਿ ਇਲਾਸਟਿਕ ਬੀਨਸਟਾਕ ਅੱਡ ਚੀਜ਼ ਹੁੰਦੀ ਆ। ਹਾਂ EBS ਹੈ ਇਹ ਬਲੌਕ ਸਟੋਰੇਜ, ਇਲਾਸਟਿਕ ਬਲੌਕ ਸਟੋਰੇਜ, ਹਾਂਜੀ ਬਿਲਕੁਲ। ਬਲੌਬ ਜਾਂ ਬਲੌਕ? BLOCK ਬਲੌਕ ਹੈ, ਠੀਕ ਹੈ। ਹੁਣ ਇਹ ਕੀ ਹੁੰਦਾ, ਮੰਨ ਲਓ ਮੇਰਾ ਇੱਕ ਇੰਸਟੈਂਸ ਹੈ, ਠੀਕ ਹੈ, ਓਕੇ ਆਪ ਹੈ ਇੰਸਟੈਂਸ, ਤੇ ਹੁਣ ਮੈਂ ਇਹਦੇ ਵਿੱਚ ਇੱਕ EBS ਅਟੈਚ ਕੀਤੀ ਹੈ, ਠੀਕ ਹੈ। ਇਹਦਾ ਮਤਲਬ ਹੈ ਇਹ ਕਿਤੇ ਸਟੋਰੇਜ ਕਿਤੇ ਹੋਰ ਪਈ ਹੈ, ਪਰ ਮੈਂ ਨੈਟਵਰਕ ਦੇ ਨਾਲ ਇਹਦੇ ਨਾਲ ਕਨੈਕਟ ਕੀਤੀ ਹੈ ਆਪਦੇ ਕੰਪਿਊਟਰ ਦੇ ਨਾਲ, ਠੀਕ ਹੈ। ਤਾਂ ਇਹ ਡਿਟੈਚ ਹੋ ਸਕਦੀ ਹੈ, ਕਦੇ ਵੀ ਅਟੈਚ ਹੋ ਸਕਦੀ ਹੈ, ਠੀਕ ਹੈ। ਮਤਲਬ ਮੋਸਟ ਪ੍ਰੋਬਬਲੀ ਉਹ ਕੀ ਕਰਦੇ ਨੇ, ਜਿਹੜਾ ਡੇਟਾ ਸੈਂਟਰ ਜਿੱਥੇ ਤੁਹਾਡੇ ਪੇ ਹੁੰਦੇ, ਜਿੱਥੇ ਤੁਹਾਡਾ ਕੰਪਿਊਟ ਪਿਆ, ਉੱਥੇ ਨਾਲ ਉਹਦੇ ਨਾਲ ਕਨੈਕਟਡ ਰੱਖਦੇ ਨੇ EBS ਨੂੰ ਅੱਡ ਤਰੀਕੇ ਨਾਲ। ਪਰ ਆਪਾਂ ਉਹਨੂੰ ਕਦੇ ਵੀ ਉਹਨੂੰ ਸਕੇਲ ਅਪ ਕਰ ਸਕਦੇ, ਕਦੇ ਵੀ ਉਹਨੂੰ ਸਕੇਲ ਡਾਊਨ ਕਰ ਸਕਦੇ ਹਾਂ, ਕਿਉਂਕਿ ਨੈਟਵਰਕ ਦੇ ਨਾਲ ਕਨੈਕਟਡ ਆਪਾਂ ਕੁਝ ਵੀ ਕਰੇ, ਉਹਨਾਂ ਨੂੰ ਜਿਵੇਂ ਵੀ ਮਰਜ਼ੀ ਆਪਾਂ ਲੈ ਲਈਏ, ਠੀਕ ਹੈ। ਹਾਂ ਹੁਣ ਆਪਾਂ EBS ਇੱਕ ਐਕਸਟਰਨਲ ਹਾਰਡ ਡਰਾਈਵ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਜਿੱਥੇ ਆਪਾਂ ਡੇਟਾ ਸਟੋਰ ਕਰਨਾ, ਠੀਕ ਹੈ। ਆਪਾਂ ਇਹਦੇ ਕੁਝ ਵੀ ਕਰ ਸਕਦੇ ਹਾਂ, ਆਪਾਂ ਇਹਦੇ ਡੇਟਾਬੇਸ ਪਾ ਸਕਦੇ ਹਾਂ ਆਪਦਾ EBS ਤੇ, ਠੀਕ ਹੈ, ਜਾਂ ਆਪਾਂ ਕੋਈ ਵੀ ਇੱਦਾਂ ਦੀਆਂ ਚੀਜ਼ਾਂ ਕਰ ਸਕਦੇ ਜੋ ਜਿਹਦੇ 'ਚ ਆਪਾਂ ਨੂੰ ਸਟੋਰੇਜ ਦੀ ਲੋੜ ਪਵੇ। ਹੁਣ ਓਕੇ ਲੈਟਸ ਸੇ ਕਿ ਆਪਣੇ ਕੋਲ EBS ਦੇ ਟਾਈਪਸ ਹੁੰਦੇ ਨੇ, ਇੱਥੇ ਦਿੱਤਾ ਹੋਇਆ, ਮੈਨੂੰ ਇੱਕ ਵਾਰ ਦੇਖ ਲੈਣ ਦਿਓ। डिवाइस नेम स्नैपशॉट, डिलीट ऑन टर्मिनेशन, साइज, वॉल्यूम टाइप आ पियागा, यस। और इतने तुसी तीन चीज़ां देख रहे होंगे, एक जनरल पर्पस SSD, एक IOPS, कोल्ड HDD ते थ्रूपुट ऑप्टिमाइज्ड HDD, ठीक है। हुण आपां ये की कर रहे हैं, आपां इहनूं रूट वॉल्यूम सैट कर रहे हैं, राइट। ਹੁਣ ਵੋਲਿਊਮ ਕੀ ਹੋਗੀ, ਲੈਟਸ ਸੇ ਕਿ ਮੈਂ ਤੁਹਾਨੂੰ ਦਿਖਾਵਾਂ, ਮੇਰੇ ਕੋਲ ਇਹਦੇ ਵਿੱਚ 3 ਵੋਲਿਊਮਸ ਨੇ, ਠੀਕ ਹੈ ਬ్రో, ਹੈ ਨਾ। ਤਾਂ ਇਹ ਵੋਲਿਊਮ ਸੈਟਅਪ ਕਰ ਰਹੇ ਹਾਂ ਆਪਾਂ, ਤਾਂ ਇਹਦੇ ਵਿੱਚ ਰੂਟ ਵੋਲਿਊਮ ਹੈ ਜਿਹਦੇ ਵਿੱਚ ਆਪਣਾ OS ਇੰਸਟਾਲ ਹੋਏਗਾ, ਓਕੇ ਠੀਕ ਹੈ, ਠੀਕ ਹੈ। ਨਾਟ OS, Amazon ਮਸ਼ੀਨ ਇਮੇਜ ਇੰਸਟਾਲ ਹੋਏਗੀ, ਠੀਕ ਹੈ। ਆਪਾਂ OS ਕਹਿ ਸਕਦੇ ਹਾਂ, ਬਟ ਇਫ ਯੂ ਯੂਜ਼ Amazon ਮਸ਼ੀਨ ਇਮੇਜ ਆਏਗੀ ਜਿਹਦੇ ਵਿੱਚ, ਤਾਂ ਉਹ ਜ਼ਿਆਦਾ ਬੈਟਰ ਕਲਾਊਡ ਦੇ ਵਿੱਚ ਲੱਗਦਾ ਕਿ ਬੰਦਾ ਠੀਕ ਹੈ, ਓਕੇ। ਤਾਂ ਆਪਣੇ ਇਹਦੇ ਵਿੱਚ ਆਪਣੀ Amazon ਮਸ਼ੀਨ ਇਮੇਜ ਆਏਗੀ। ਮੈਂ ਤੁਹਾਨੂੰ ਦੱਸਦਾ, ਪਹਿਲਾਂ ਇੱਕ ਵਾਰ ਮੈਂ ਸਭ ਐਕਸਪਲੇਨ ਕਰਦਾ, ਅਤੇ ਇਹ ਦੋ ਆਪਾਂ ਨੂੰ ਕਿਉਂ ਆਪਸ਼ਨ ਨਹੀਂ ਦਿਖਾ ਰਿਹਾ, ਫਿਰ ਮੈਂ ਤੁਹਾਨੂੰ ਦੱਸ ਦਾਂਗਾ, ਠੀਕ ਹੈ। ਆਪਣੇ ਕੋਲ 4 ਆਪਸ਼ਨਸ ਨੇ, SSD,
IOPS SSD ਤੇ ਮਤਲਬ ਜਨਰਲ ਪਰਪਸ SSD IOPS SSD ਤੇ ਕੋਲਡ HDD ਤੇ ਥਰੂਪੁੱਟ ਆਪਟੀਮਾਈਜ਼ਡ HDD। ਇਹ ਗਈ ਚੀਜ਼। ਇੱਥੇ ਆਪਾਂ ਆ ਗਏ ਜਨਰਲ ਪਰਪਸ SSD। ਇੱਥੇ ਆਪਾਂ ਆ ਗਏ provisioned IOPS। IOPS ਪਹਿਲਾਂ ਆਪਾਂ ਇਹ ਦੋ ਦੀ ਗੱਲ ਕਰਦੇ ਹਾਂ, ਠੀਕ ਹੈ। ਇਹ ਦੋਵੇਂ SSD ਦੇ ਟਾਈਪ ਨੇ, ਠੀਕ ਹੈ bro। ਠੀਕ ਹੈ। ਆਪਾਂ ਨੂੰ SSD ਤੇ HDD ਦਾ ਫਰਕ ਪਤਾ, ਰਾਈਟ? ਹਾਂ, ਸੋਲਿਡ ਸਟੇਟ ਡਰਾਈਵ ਤੇ ਸੋਲਿਡ ਸਟੇਟ ਡਰਾਈਵ ਤੇ ਇੱਕ HDD ਦਾ ਫੁੱਲ ਫਾਰਮ ਕਹਿੰਦਾ ਸੀ, ਮੈਂ ਵੀ ਭੁੱਲ ਗਿਆ। ਹਾਰਡ ਡਿਸਕ ਹੀ ਕਹਿੰਦੇ ਵੈਸੇ ਤੁਹਾਨੂੰ, ਹਾਰਡ ਡਿਸਕ ਹੀ ਕਹਿੰਦੇ ਨੇ ਬਸ। HDD ਫੁੱਲ ਫਾਰਮ ਇੱਕ ਐਕਸਟਰਾ ਹਾਈਬ੍ਰਿਡ ਹਾਰਡ ਡਰਾਈਵ। ਹਾਰਡ ਡਿਸਕ ਡਰਾਈਵ। ਓਕੇ, ਹਾਰਡ ਹਾਰਡ ਡਿਸਕ ਡਰਾਈਵ ਜਾਂ SSD। ਠੀਕ ਹੈ, ਓਕੇ। ਤਾਂ ਬੇਸਿਕਲੀ ਆਪਾਂ ਦੋਨਾਂ 'ਚ ਫਰਕ ਕੀ ਹੁੰਦਾ ਵੈਸੇ? HDD ਹੁੰਦਾ ਉਹ ਖੜੀ ਆਪਣੀ ਮੂਵਿੰਗ ਚੱਲਦੀ ਰਹਿੰਦੀ ਹੈ ਤੇ ਸੋਲਿਡ ਸਟੇਟ ਡਰਾਈਵ ਮੂਵ ਨਹੀਂ ਕਰਦੀ, ਮੂਵਿੰਗ ਵਰਡਸ ਘੱਟ ਹੁੰਦੇ ਨੇ ਨਾ, ਦੈਟਸ ਦ ਮੇਨ ਡਿਫਰੈਂਸ। ਬੇਸਿਕਲੀ SSD ਜ਼ਿਆਦਾ ਫਾਸਟ ਹੁੰਦੀ ਆ, ਠੀਕ ਹੈ। ਹਾਂ, ਫਾਸਟ ਹੁੰਦੀ ਹੈ। ਹਾਂ, HDD ਤੁਹਾਡੀ ਮੈਮਰੀ ਜ਼ਿਆਦਾ ਰਿਟੇਨ ਕਰਦੀ ਹੈ। SSD ਦੇ ਵਿੱਚ ਤੁਹਾਡੇ ਚਾਂਸਸ ਹੁੰਦੇ ਕਿ ਮੈਮਰੀ ਲਾਸ ਵਗੈਰਾ ਹੋ ਸਕਦੀ ਹੈ, ਠੀਕ ਹੈ। ਤੇ ਪਰ ਜ਼ਿਆਦਾ ਹੁਣ ਇੱਦਾਂ ਦਾ ਹੁੰਦਾ ਨਹੀਂ, SSD ਕਾਫੀ ਵਧੀਆ ਬਣਨ ਲੱਗ ਗਈ ਹੁਣ ਅੱਜ ਕੱਲ੍ਹ। ਸਹੀ ਗੱਲ, ਵੋਲੇਟਾਈਲ ਨਹੀਂ ਹੈਗੀ ਇੰਨੀ ਜ਼ਿਆਦਾ, ਹੈ ਨਾ। ਹਾਂ, ਬੇਸਿਕਲੀ SSD ਕਾਈਂਡ ਆਫ ਵੋਲੇਟਾਈਲ ਹੁੰਦੀ ਹੈ ਤੇ HDD ਘੱਟ ਹੁੰਦੀ ਹੈ। ਤੇ HDD ਕਾਫੀ ਜ਼ਿਆਦਾ ਸਲੋ ਹੁੰਦੀ ਹੈ, SSD ਬਹੁਤ ਜ਼ਿਆਦਾ ਫਾਸਟ ਹੁੰਦੀ ਹੈ। ਬਹੁਤ ਜ਼ਿਆਦਾ ਫਰਕ ਆ ਜਾਂਦਾ ਦੋਵੇਂ ਜੇ ਤੁਸੀਂ ਉਹ ਕਰਦੇ ਹੋ ਤਾਂ, ਠੀਕ ਹੈ। ਯੂ ਰਾਈਟ। ਬਾਕੀ ਤਾਂ ਇਹ ਚੀਜ਼ ਹੋ ਗਈ ਇਹਨਾਂ ਦੀ, ਉਹ ਤਾਂ ਤੁਸੀਂ ਬਸ ਇਹ ਦੇਖਣਾ ਦੋਵੇਂ SSD ਦੇ ਟਾਈਪਸ ਨੇ। ਹੁਣ ਆਪਾਂ ਦੇਖਾਂਗੇ ਕੀ ਕੀ ਹੁੰਦਾ। ਜਨਰਲ ਪਰਪਸ ਦੇ ਤੁਸੀਂ ਬਸ ਨਾਮ ਤੋਂ ਤੁਹਾਨੂੰ ਪਤਾ ਚੱਲ ਰਿਹਾ ਕਿ ਤੁਹਾਨੂੰ ਪਰਫੋਰਮੈਂਸ ਤੇ ਪ੍ਰਾਈਸ ਦਾ ਬੈਲੈਂਸ ਮਿਲ ਜਾਂਦਾ, ਇੱਦਾਂ ਕਹਿ ਲਓ। ਇਹ ਬੈਲੈਂਸ ਹੈ ਚੀਜ਼, ਠੀਕ ਹੈ bro। ਰਾਈਟਿੰਗ ਉਹ ਕੋਈ ਨਹੀਂ, ਠੀਕ ਹੈ। ਹੁਣ ਇਹਦੇ 'ਚ ਆਪਾਂ ਮੋਸਟਲੀ ਇਹਨੂੰ ਕੀ ਕਰਦੇ ਹਾਂ, ਕਈ ਵਾਰ ਇਹਨੂੰ ਆਪਾਂ ਰੂਟ ਵੋਲਿਊਮਸ ਦੇ ਵਿੱਚ ਯੂਜ਼ ਕਰਦੇ ਹਾਂ ਜ਼ਿਆਦਾਤਰ, ਠੀਕ ਹੈ। ਆਪਾਂ ਇਹਨੂੰ ਮਤਲਬ ਮੇਨ ਤਾਂ ਇਹੀ ਹੋ ਗਿਆ ਕਿ ਜ਼ਿਆਦਾਤਰ ਆਪਾਂ ਜਨਰਲ ਪਰਪਸ SSD ਰਿਕਮੈਂਡ ਕੀਤੀ ਜਾਂਦੀ ਹੈ, ਠੀਕ ਹੈ। ਹੁਣ ਕੀ ਇਹ ਇੱਕ ਹੁੰਦਾ ਪ੍ਰੋਵੀਜ਼ਨਡ IOPS। ਪਹਿਲਾਂ ਤਾਂ IOPS ਦਾ ਮਤਲਬ ਦੱਸਾਂ ਮੈਂ ਤੁਹਾਨੂੰ, ਜੇ ਪਤਾ ਤਾਂ ਦੱਸੋ, ਨਹੀਂ ਤਾਂ ਫਿਰ ਮੈਂ ਦੱਸਦਾ। ਇਹਦਾ ਇੱਕ ਫੁੱਲ ਫਾਰਮ ਹੋਏਗਾ ਇਨਪੁਟ ਆਊਟਪੁੱਟ ਪਹਿਲਾਂ ਹੈਗਾ, ਅੱਗੇ ਨਹੀਂ ਪਤਾ। ਪਰ ਸੈਕਿੰਡ ਪਰ ਸੈਕਿੰਡ, ਹੈ ਨਾ। ਬਸ ਇਹੀ ਹੈ, ਇਨਪੁਟ ਆਊਟਪੁੱਟ ਆਪਰੇਸ਼ਨਸ ਪਰ ਸੈਕਿੰਡ। ਇਨਪੁਟ ਆਪਰੇਸ਼ਨ ਪਰ ਸੈਕਿੰਡ, ਇਹ ਠੀਕ ਹੈ। ਉਹ ਆਪਰੇਸ਼ਨ ਲਈ ਸਟੈਂਡ ਕਰਦਾ। ਇਹ I ਸਟੈਂਡ ਕਰਦਾ ਇਨਪੁਟ/ਆਊਟਪੁੱਟ ਦੇ ਲਈ, ਆਊਟਪੁੱਟ ਲਈ, ਠੀਕ ਹੈ। ਠੀਕ ਹੈ। ਇਹਦਾ ਫੁੱਲ ਫਾਰਮ ਕੀ ਹੋ ਗਿਆ? ਇਨਪੁਟ ਆਊਟਪੁੱਟ ਆਪਰੇਸ਼ਨਸ ਪਰ ਸੈਕਿੰਡ, ਠੀਕ ਹੈ। ਇਨਪੁਟ ਆਊਟਪੁੱਟ ਆਪਰੇਸ਼ਨ ਪਰ ਸੈਕਿੰਡ, IOPS, ਠੀਕ ਹੈ। ਹੁਣ ਆਪਾਂ ਨੂੰ ਇਹਦਾ ਮਤਲਬ ਕੀ, ਆਪਾਂ ਨੂੰ ਜ਼ਿਆਦਾ ਇਨਪੁਟ ਆਊਟਪੁੱਟ ਆਪਰੇਸ਼ਨ ਪਰ ਸੈਕਿੰਡ ਮਿਲਣਗੇ ਪ੍ਰੋਵੀਜ਼ਨਡ IOPS ਦੇ ਵਿੱਚ, ਠੀਕ ਹੈ। ਇਨਪੁਟ ਕੀ ਹੋ ਗਿਆ? ਰਾਈਟ। ਆਊਟਪੁੱਟ ਕੀ ਹੋ ਗਿਆ? ਰੀਡ, ਠੀਕ ਹੈ। ਆਪਾਂ ਨੂੰ ਜ਼ਿਆਦਾ ਰੀਡ ਰਾਈਟ ਪਰ ਸੈਕਿੰਡ ਕਰ ਸਕਦੇ ਹਾਂ ਪ੍ਰੋਵੀਜ਼ਨਡ IOPS ਦੇ ਵਿੱਚ, ਮਤਲਬ ਹਾਈਐਸਟ ਪਰਫੋਰਮੈਂਸ SSD ਹੁੰਦੀ ਹੈ ਇਹ, ਠੀਕ ਹੈ। ਇਹ ਉਹਨਾਂ ਬਿਜ਼ਨਸ ਦੇ ਲਈ ਯੂਜ਼ ਕੀਤੀ ਜਾਂਦੀ ਹੈ ਜਿੱਥੇ ਆਪਾਂ ਨੂੰ ਥਰੋਪੁੱਟ ਮੈਂ ਜੇ ਯਾਦ ਹੋਇਆ ਆਪਾਂ ਸਟਾਰਟਿੰਗ 'ਤੇ ਗੱਲ ਕੀਤੀ ਸੀ ਲੇਟੈਂਸੀ ਤੇ ਥਰੋਪੁੱਟ ਦੇ ਬਾਰੇ, ਰਾਈਟ। ਕੀ ਹੁੰਦਾ ਥਰੂਪੁੱਟ? ਇਹ ਯਾਦ ਹੋਵੇ ਤਾਂ ਥਰੂਪੁੱਟ ਇੱਕ ਪਰਫਾਰਮੈਂਸ ਹੀ ਕਹਿ ਸਕਦੇ ਆਪਾਂ। ਕਾਈਂਡ ਆਫ ਪਰਫਾਰਮੈਂਸ ਹੁੰਦੀ ਹੈ, ਕਿੰਨਾ ਪਰ ਕੰਮ ਆਪਾਂ ਬੰਦਾ ਕਿੰਨਾ ਡੇਟਾ ਇੱਕ ਬਾਰ 'ਚ ਆਪਾਂ ਆਊਟਪੁੱਟ ਕਰ ਰਹੇ ਹਾਂ, ਇੱਦਾਂ ਕਹਿ ਲਓ। ਆਊਟਪੁੱਟ ਕੱਟ ਰਹੇ ਹਾਂ, ਠੀਕ ਹੈ, ਠੀਕ ਹੈ। ਇਹ ਹੋ ਗਿਆ ਆਪਣਾ ਥਰੂਪੁੱਟ। ਹੁਣ ਜਿਹਦਾ ਬਿਜ਼ਨਸ ਇਹ ਚੀਜ਼ 'ਤੇ ਜ਼ਿਆਦਾ ਬੇਸਡ ਹੈ, ਕ੍ਰਿਟੀਕਲੀ ਇਹਨਾਂ ਚੀਜ਼ਾਂ 'ਤੇ ਬੇਸਡ ਹੈ, ਉਹ ਪ੍ਰੋਵੀਜ਼ਨਡ IOPS ਯੂਜ਼ ਕਰਦੇ ਨੇ, ਠੀਕ ਹੈ। ਐਗਜ਼ਾਮਪਲ ਹੁਣ ਮੇਰੇ ਕੋਲ ਕੁਛ ਹੈ ਨਹੀਂ ਇਹਦਾ। ਓਕੇ, ਹੁਣ ਆਪਾਂ ਪਾ ਦਿੰਦੇ HDD ਤੇ, ਥੱਲੇ ਤਾਂ ਆਈ ਹੈ HDD, ਠੀਕ ਹੈ। ਹੁਣ ਇੱਕ ਹੋ ਗਈ ਥਰੂਪੁੱਟ ਆਪਟੀਮਾਈਜ਼ਡ, ਇਹਨੂੰ ਮੈਂ ਲੱਗਦਾ ਥਰੂਪੁੱਟ ਆਪਟੀਮਾਈਜ਼ਡ TO। ਇੱਕ ਹੋ ਗਈ ਕੋਲਡ,
ਠੀਕ ਹੈ। ਹੁਣ ਇਹ ਦੋਵੇਂ ਕੀ ਹੁੰਦੀ ਆ, ਹੁਣ ਆਪਾਂ ਇੱਕ HDD ਦੇ ਵਿੱਚ ਕੀ ਹੁੰਦਾ, ਆਪਾਂ ਇਹਨੂੰ ਐਜ਼ ਅ ਰੂਟ ਵੋਲਿਊਮ ਨਹੀਂ ਯੂਜ਼ ਕਰ ਸਕਦੇ। ਰੂਟ ਵੋਲਿਊਮ ਮਤਲਬ ਆਪਾਂ ਇਹਦੇ ਵਿੱਚ ਆਪਣੀ Amazon ਮਸ਼ੀਨ ਇਮੇਜ ਨਹੀਂ ਸਟੋਰ ਕਰ ਸਕਦੇ ਕਿਉਂਕਿ ਸਲੋ ਹੁੰਦੀਆਂ ਨੇ, ਯਾ ਯੂ ਰਾਈਟ। ਠੀਕ ਹੈ। ਹੁਣ ਤੁਸੀਂ ਨੋਟਿਸ ਕਰੋਗੇ ਆਪਾਂ ਇਹਨੂੰ ਚੀਜ਼ ਦਿੱਤਾ ਹੈ ਵੋਲਿਊਮ 1 AMI ਰੂਟ ਇਮੇਜ, ਰਾਈਟ, ਠੀਕ ਹੈ। ਆਪਾਂ ਇਹ ਚੀਜ਼ ਲਿਖੀ ਹੋਈ ਆ ਤਾਂ ਮਤਲਬ ਇਹ ਚੀਜ਼ ਦੇ ਸਿਰਫ SSD ਯੂਜ਼ ਕੀਤੀ ਜਾ ਸਕਦੀ ਹੈ ਰੂਟ ਦੇ ਲਈ, ਤੇ ਇਹ ਸਿਰਫ SSD ਸ਼ੋ ਕਰ ਰਿਹਾ ਆਪਾਂ ਨੂੰ, ਯਾ ਆਪਾਂ ਨੂੰ HDD ਨਹੀਂ ਸ਼ੋ ਹੋ ਰਹੀ ਇੱਥੇ ਦੋਵੇਂ, ਕਿਉਂਕਿ ਇਹਦੇ ਵਿੱਚ ਆਪਾਂ OS ਨਹੀਂ ਪਾ ਸਕਦੇ। ਬਿਲਕੁਲ ਠੀਕ ਹੈ। ਠੀਕ ਹੈ ਬ్రో। ਮੈਗਨੈਟਿਕ ਕੀ ਹੈ ਬ్రో? ਕੱਲਾ ਮੈਗਨੈਟਿਕ ਲਿਖਿਆ ਹੋਇਆ। ਮੈਗਨੈਟਿਕ ਵੀ ਇੱਕ ਟਾਈਪ ਦੀ ਡਿਸਕ ਹੀ ਹੁੰਦੀ ਆ ਆਪਣੀ, ਇੱਕ ਮੈਗਨੈਟਿਕ ਡਿਸਕਸ ਆਉਂਦੀਆਂ ਨੇ, ਮੈਗਨੈਟਿਕ ਡਿਸਕਸ, ਮੈਗਨੈਟਿਕ ਸਟੋਰੇਜ ਹੁੰਦੀ ਆ, ਤੁਸੀਂ ਇਹ ਦੇਖੀ ਹੋਣੀ ਆ, ਆਹ ਚੀਜ਼ ਜਿਹੜੀ ਦੇਖੀ ਹੋਣੀ ਆ, ਹਾਂ ਬ్రో ਯਾ ਯੂ ਰਾਈਟ। ਬਹੁਤ ਇਹ ਪੁਰਾਣਾ ਬਹੁਤ ਪੁਰਾਣਾ ਸਮਾਨ ਹੈ ਇਹ, ਇਹਨੂੰ ਕਹਿੰਦੇ ਆਪਾਂ ਮੈਗਨੈਟਿਕ ਹਾਰਡ ਡਿਸਕ, ਹਾਂ ਪੁਰਾਣਾ ਮੈਗਨੈਟਿਕ ਹਾਰਡ ਡਿਸਕ ਯਾ। ਠੀਕ ਹੈ। ਖਰਾਬ ਵੀ ਬਹੁਤ ਛੇਤੀ ਹੁੰਦੀ, ਕਰਪਟ ਵੀ ਬਹੁਤ ਛੇਤੀ ਹੁੰਦੀ ਸੀ ਇਹ। ਹਾਂ ਓਵਰ ਟਾਈਮ ਹੀ ਲੂਜ਼ ਕਰ ਦਿੰਦੇ ਡਾਟਾ ਕਿਉਂਕਿ ਮੈਗਨੈਟਿਕ ਹੈ ਨਾ। ਯਾ ਓਕੇ, ਠੀਕ ਹੈ। ਤਾਂ ਬੇਸਿਕਲੀ ਹੁਣ ਆਪਾਂ ਇਹ ਚੀਜ਼ ਦੇਖ ਲਈ ਕਿ ਆਪਾਂ ਨੇ ਇਹ ਦੋ ਆਪਸ਼ਨਸ ਕਿਉਂ ਨਹੀਂ ਚੂਜ਼ ਕਰਨ ਦੇ ਰਿਹਾ, ਰਾਈਟ, ਕਿਉਂਕਿ ਆਪਣੇ ਕੋਲ ਇਹ HDD ਨੇ, ਠੀਕ ਹੈ। ਹੁਣ ਨੈਕਸਟ ਇਜ਼ ਕਿ ਹੁਣ ਇਹਦੇ ਵਿੱਚ ਦੋ ਟਾਈਪ ਦੇਖੇ ਆਪਾਂ, ਇੱਕ ਥਰੂਪੁੱਟ ਆਪਟੀਮਾਈਜ਼ ਤੇ ਇੱਕ ਕੂਲਡ। ਹੁਣ ਇਹਦਾ ਮਤਲਬ ਵਿੱਚ ਫਰਕ ਕੀ ਆ, ਜੇ ਨਾਮ ਤੋਂ ਗੈਸ ਕਰ ਪਾਉ ਤਾਂ ਮਤਲਬ ਬੇਸਿਕਲੀ ਕੀ ਹੈ ਕਿ ਇਹ ਫ੍ਰੀਕੁਐਂਟਲੀ ਐਕਸੈਸਡ ਹੋਏਗੀ। ਫ੍ਰੀਕੁਐਂਟਲੀ ਐਕਸੈਸ ਮਤਲਬ ਆਪਾਂ ਨੂੰ ਇਹਦੇ ਵਿੱਚ, ਹਾਂ ਬੇਸਿਕਲੀ ਇਹਨੂੰ ਆਪਾਂ ਇਹਦੇ ਵਿੱਚ ਡੇਟਾ ਇਹਦੇ ਵਿੱਚ ਆਉਂਦਾ ਜਾਂਦਾ ਰਹੇਗਾ। ਯਾ ਯੂ ਰਾਈਟ। ਠੀਕ ਹੈ। ਕੋਲਡ ਦਾ ਮਤਲਬ ਹੈ ਆਪਾਂ ਮੰਨ ਲਓ ਹਫਤੇ 'ਚ ਇੱਕ ਵਾਰ ਐਕਸੈਸ ਕਰ ਲਈ, ਜਾਂ ਦਿਨ 'ਚ ਇੱਕ ਵਾਰ ਐਕਸੈਸ ਕਰ ਲਈ, ਜਾਂ ਮਹੀਨੇ 'ਚ ਇੱਕ ਵਾਰ ਐਕਸੈਸ ਕਰ ਲਈ, ਇਹ ਬਹੁਤ ਘੱਟ ਐਕਸੈਸ ਹੋਏਗੀ। ਓਕੇ ਠੀਕ ਹੈ। ਬੇਸਿਕਲੀ ਲੈਸ ਫ੍ਰੀਕੁਐਂਟਲੀ ਐਕਸੈਸਡ ਵਰਕਲੋਡਸ ਦੇ ਲਈ ਕੋਲਡ ਯੂਜ਼ ਹੁੰਦੀ ਹੈ, ਜ਼ਿਆਦਾ ਫ੍ਰੀਕੁਐਂਟਲੀ ਐਕਸੈਸ ਦੇ ਲਈ ਆਪਾਂ ਥਰੂਪੁੱਟ ਆਪਟੀਮਾਈਜ਼ ਯੂਜ਼ ਕਰਦੇ ਹਾਂ। ਰੂਟ ਵੋਲਿਊਮ ਜੇ ਆਪਾਂ ਵੈਸੇ ਹੀ ਬਹੁਤ ਹੀ ਜ਼ਿਆਦਾ ਫਾਸਟ ਰੱਖਣਾ ਤਾਂ ਆਪਾਂ SSD ਯੂਜ਼ ਕਰਦੇ ਹਾਂ। ਜੇ ਆਪਣਾ ਪਰਪਸ ਹੈ ਕਿ ਠੀਕ ਹੈ ਇੰਨਾ ਮਤਲਬ ਥੋੜਾ ਬਹੁਤ ਡਿਲੇ ਚੱਲ ਸਕਦਾ ਤਾਂ ਆਪਾਂ ਜਨਰਲ ਪਰਪਸ SSD, ਜੇ ਆਪਾਂ ਸਭ ਤੋਂ ਵੱਧ ਬਸ ਫਾਸਟ ਕਰਨਾ, ਆਪਾਂ ਜ਼ਿਆਦਾ ਪੇ ਕਰ ਸਕਦੇ ਹਾਂ ਤਾਂ ਆਪਾਂ ਪ੍ਰੋਵੀਜ਼ਨਡ IOPS ਯੂਜ਼ ਕਰਦੇ ਹਾਂ। ਠੀਕ ਹੈ। ਪ੍ਰੋਵੀਜ਼ਨ ਠੀਕ ਹੈ ਬ్రో। ਓਕੇ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਦੇਖ ਲਈਆਂ, ਠੀਕ ਹੈ। ਫ੍ਰੀ ਟਾਇਰ ਦੇ ਵਿੱਚ ਆਪਾਂ ਨੂੰ 30 GB ਤੱਕ ਮਿਲ ਜਾਂਦਾ, ਉਹ ਤਾਂ ਚਲੋ ਠੀਕ ਹੈ। ਇਹਦੇ ਵਿੱਚ ਆਪਾਂ ਥਰੂਪੁੱਟ ਵਗੈਰਾ ਦੇਖ ਸਕਦੇ ਹਾਂ ਵੀ ਕਿੰਨਾ ਵਧਾਉਣਾ ਘਟਾਉਣਾ ਜੋ ਵੀ ਹੈ ਆਪਣਾ, ਠੀਕ ਹੈ। ਹੁਣ ਇਹਦੇ 'ਚ ਆਪਾਂ ਨੂੰ ਇੱਕ IOPS ਇਨਪੁਟਸ ਆਊਟਪੁੱਟ ਪਰ ਸੈਕਿੰਡ ਜੋ ਆਪਾਂ ਗੱਲ ਕੀਤੀ ਸੀ, ਠੀਕ ਹੈ। ਆਪਾਂ ਥਰੂਪੁੱਟ ਦੀ ਗੱਲ ਕਰ ਲਈ, ਇਹਨਾਂ ਦੇ ਹਿਸਾਬ ਨਾਲ ਆਪਣਾ ਰੇਟ ਚੇਂਜ ਹੋ ਜਾਏਗਾ। ਆਪਣਾ ਡਿਲੀਸ਼ਨ ਔਨ ਟਰਮੀਨੇਸ਼ਨ, ਹੁਣ ਇਹ ਕੀ ਹੁੰਦਾ, ਆਪਾਂ ਤਾਂ ਪਹਿਲਾਂ EBS ਹੋ ਗਿਆ ਇਹ, ਰਾਈਟ। ਮੰਨ ਲਓ ਮੇਰਾ ਕੋਈ ਵੀ ਡੇਟਾ ਆਇਆ ਇਹਦੇ ਵਿੱਚ ਸਟੋਰ ਹੋ ਗਿਆ, ਠੀਕ ਹੈ। ਮੈਂ ਚਾਹੁੰਦਾ ਕਿ ਬਈ ਯਾਰ ਇਹ ਮੇਰਾ ਡੇਟਾ ਰਵੇ, ਇੰਸਟੈਂਸ ਮੈਂ ਬੰਦ ਵੀ ਕਰਤਾ, ਮੇਰੇ ਕੋਲ ਡੇਟਾ ਰਵੇ, ਮੈਂ ਡੇਟਾ ਨਾਲ ਕੋਈ ਛੇੜਖਾਨੀ ਕਰਨੀ ਆ, ਠੀਕ ਹੈ, ਮੈਂ ਇਹਨੂੰ ਨੋ ਕਰ ਦੂੰਗਾ। ਫਿਰ ਮੇਰਾ ਇੰਸਟੈਂਸ ਬੰਦ ਹੋ ਜਾਏਗਾ, ਮੇਰਾ ਕੰਪਿਊਟ ਬੰਦ ਹੋ ਜਾਏਗਾ, ਪਰ ਮੇਰੇ ਕੋਲ ਡੇਟਾ ਰਹੇਗਾ। ਮੈਂ ਸਿਰਫ ਸਟੋਰੇਜ ਦਾ ਪੇ ਕਰੂੰਗਾ, ਮੈਂ ਇੰਸਟੈਂਸ ਦਾ ਪੇ ਨਹੀਂ ਕਰੂੰਗਾ। ਠੀਕ ਹੈ। ਡਿਲੀਸ਼ਨ ਟਰਮੀਨੇਸ਼ਨ ਯੂ ਰਾਈਟ। ਠੀਕ ਹੈ। ਹੁਣ ਇਹ ਚੀਜ਼ ਹੋਗੀ EBS ਲਈ, ਕਿਉਂਕਿ EBS ਨੂੰ ਆਪਾਂ ਇੱਦਾਂ ਕਰ ਸਕਦੇ ਹਾਂ। ਹੁਣ ਇਹਦੇ 'ਚ ਹੁੰਦਾ ਫਾਈਲ ਸਿਸਟਮ ਕਿਉਂ ਨਹੀਂ ਦਿਖਾ ਰਿਹਾ ਮੈਨੂੰ, ਆ ਗਿਆ EFS। ਆਪਣਾ currently have no file system on this instance, you must select a subnet before you can add a EFS file system। ਅੱਛਾ, ਇਹ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ, ਆਪਾਂ ਸਬਨੈਟ ਸਿਲੈਕਟ ਕਰ ਲੈਂਦੇ ਹਾਂ। ਹੁਣ ਆਇਆ ਫਾਈਲ ਸਿਸਟਮ, ਐਡ ਸ਼ੇਅਰਡ ਫਾਈਲ ਸਿਸਟਮ, ਕ੍ਰੀਏਟ ਨਿਊ ਸ਼ੇਅਰਡ ਫਾਈਲ ਸਿਸਟਮ। ਹੁਣ ਇਹਦੇ 'ਚ ਆਪਾਂ ਬੇਸਿਕਲੀ ਕੋਈ ਫਾਈਲ ਸਟੋਰ ਕਰਨੀ, ਆਪਾਂ ਐਕਸਲ ਸਟੋਰ ਕਰਨੀ ਜਾਂ ਇੱਦਾਂ ਦੀ ਕੋਈ ਚੀਜ਼ ਸਟੋਰ ਕਰਨੀ, ਉਹਦੇ ਲਈ ਆਪਾਂ ਫਾਈਲ ਸਿਸਟਮ ਯੂਜ਼ ਕਰਦੇ ਹਾਂ। ਇਹ ਨਾਰਮਲ ਡੇਟਾ ਦੇ ਲਈ ਹੁੰਦਾ, ਡੇਟਾਬੇਸਿਸ ਜਾਂ ਇੱਦਾਂ ਦੀ ਚੀਜ਼ਾਂ ਲਈ ਯੂਜ਼ ਹੁੰਦੀ ਹੈ EBS, ਤੇ EFS ਦੇ ਵਿੱਚ ਆਪਾਂ ਫਾਈਲਸ ਜਦੋਂ ਸਟੋਰ ਕਰਨੇ ਹੁੰਦੇ ਆ ਤਾਂ EFS ਯੂਜ਼ ਹੁੰਦਾ, ਠੀਕ ਹੈ। ਇੱਕ ਸ਼ੇਅਰਡ ਫਾਈਲ ਸਿਸਟਮ ਹੁੰਦਾ, ਆਪਾਂ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਸ਼ੇਅਰਡ ਫਾਈਲ ਸਿਸਟਮ ਕਿਉਂ ਕਿਹਾ ਜਾਂਦਾ। ਪਹਿਲਾਂ ਤਾਂ EFS ਹੁੰਦਾ ਕਿਵੇਂ, ਮਤਲਬ ਤੁਸੀਂ ਦਿਖਾ ਸਕਦੇ ਹੋ ਕਿਵੇਂ ਹੁੰਦਾ ਕੀ ਹੈ ਇਹ? ਵੀਰੇ ਇਹ ਵੀ ਬਸ ਇੱਕ ਕਾਈਂਡ ਆਫ ਸਟੋਰੇਜ ਹੀ ਹੁੰਦੀ ਹੈ, ਠੀਕ ਹੈ। ਹੁਣ ਮੰਨ ਲਓ EBS ਇੱਧਰ ਦੇਖੋ, ਇੱਕ ਮੈਂ ਤੁਹਾਨੂੰ ਦੱਸਦਾ FAT32 NTFS, ਉਹ ਤਾਂ ਨਹੀਂ ਹੈਗਾ ਇਹ ਚੀਜ਼ ਫਾਈਲ ਸਿਸਟਮ? ਕਾਈਂਡ ਜਿਹੜਾ ਫਾਈਲ ਸਿਸਟਮ ਤੁਸੀਂ ਦੇਖ ਰਹੇ ਹੋ ਇਹ ਉਹੀ ਹੈ, ਮਤਲਬ ਇਹਨਾਂ ਦੇ ਵਿੱਚ ਆਪਾਂ ਕੋਈ ਵੀ ਇਹ ਟਾਈਪ ਹੈ ਉਹਦਾ, ਠੀਕ ਹੈ। ਪਰ EFS ਦਾ ਟਾਈਪ ਹੈ ਜਦੋਂ ਆਪਾਂ ਲਿਨਕਸ ਇੰਸਟਾਲ ਕਰਦੇ ਆਪਾਂ ਇਹ ਸਭ ਚੀਜ਼ਾਂ ਪੁੱਛੇ ਜਾਂਦੀਆਂ, ਰਾਈਟ। ਹਾਂ, ਇਹ ਮਤਲਬ ਇਹ ਉਹੀ ਚੀਜ਼ ਹੈ, ਪਰ ਆਪਾਂ ਬੇਸਿਕਲੀ ਇਹਦੇ ਵਿੱਚ ਕੀ ਕਰ ਰਹੇ ਆਪਾਂ ਬਸ EFS ਦੇਖ ਰਹੇ ਹਾਂ ਕੀ ਹੁੰਦਾ।
अपना जो भी फाइल सिस्टम ਹੁੰਦਾ है, ठीक है, मतलब बेसिकली आप अमेजोन फाइल सिस्टम देख रहे हैं पूरा ओवरऑल देख रहे हैं, ठीक है, कि ਪਹਿਲਾਂ ਆਪਾਂ ਇਹਨੂੰ ਬੋਲਿਆ ਜਾਂਦਾ ਸ਼ੇਅਰਡ ਫਾਈਲ ਸਿਸਟਮ, ਸ਼ੇਅਰਡ ਫਾਈਲ ਸਿਸਟਮ। ਹੁਣ ਮੰਨ ਲਓ ਮੇਰਾ ਇੱਕ ਪ੍ਰੋਜੈਕਟ ਹੈ ਰਿਜ਼ਿਊਮੇ ਐਨਾਲਾਈਜ਼ਰ, ਠੀਕ ਹੈ, ਇਹਦੇ ਵਿੱਚ ਮੈਂ ਬੰਦੇ ਦਾ ਰਿਜ਼ਿਊਮੇ ਆਪਣੇ ਇਹਦੇ ਵਿੱਚ ਸਟੋਰ ਕਰ ਰਿਹਾ, ਠੀਕ ਹੈ। ਹੁਣ ਮੇਰੇ ਕੋਲ ਇੱਥੇ ਹੈ EFS, ਠੀਕ ਹੈ। ਹੁਣ ਮੇਰਾ ਕਲਾਇੰਟ ਕੀ ਹੈ, ਮੇਰਾ ਕਲਾਇੰਟ ਕਦੇ ਇੰਡੀਆ ਹੈ, ਮੇਰਾ ਕਲਾਇੰਟ ਕਦੇ ਆਸਟ੍ਰੇਲੀਆ, ਸੇਮ ਕਲਾਇੰਟ, ਇੱਕ ਹੀ ਕਲਾਇੰਟ, ਠੀਕ ਹੈ। ਉਹਨੇ ਆਪਣਾ ਰਿਜ਼ਿਊਮੇ ਐਕਸੈਸ ਕਰਨਾ ਹੁੰਦਾ, ਉਹਦਾ ਰਿਜ਼ਿਊਮੇ ਪਿਆ ਇੱਥੇ, ਠੀਕ ਹੈ। ਹੁਣ ਜੇ ਉਹ ਇੰਡੀਆ 'ਚ ਇਹ ਇੰਸਟੈਂਸ ਐਕਸੈਸ ਕਰ ਰਿਹਾ, ਆਸਟ੍ਰੇਲੀਆ 'ਚ ਉਹ ਇਹ ਇੰਸਟੈਂਸ ਐਕਸੈਸ ਕਰ ਰਿਹਾ, ਜੇ ਕਿਸੇ ਹੋਰ ਕੰਟਰੀ 'ਚ ਕਿਸੇ ਕੋਈ ਹੋਰ ਇੰਸਟੈਂਸ ਐਕਸੈਸ ਕਰ ਰਿਹਾ, ਅਲੱਗ ਰੀਜਨ ਵਾਈਜ਼, ਰਾਈਟ। ਹੁਣ ਇਹਦੇ ਨਾਲ ਇੱਕ EBS ਅਟੈਚਡ ਹੈ, ਹਰ ਇੱਕ ਦੇ ਨਾਲ EBS ਅਟੈਚਡ ਹੁੰਦੀ ਆ, ਮਤਲਬ ਇਹਨਾਂ ਦੇ ਵਿੱਚ ਡੇਟਾ ਸ਼ੇਅਰ ਨਹੀਂ ਹੁੰਦਾ, ਇੱਦਾਂ ਮੰਨ ਲਓ, ਓਕੇ, ਠੀਕ ਹੈ, ਠੀਕ ਹੈ। EBS EBS ਆਪਾਂ ਮੰਨ ਲਓ ਇਹਦਾ ਰਿਜ਼ਿਊਮੇ ਸ਼ੇਅਰ ਕਰਾਉਣਾ ਸਾਰਿਆਂ ਨੂੰ, ਤਾਂ ਵਾਟ ਵੀ ਡੂ ਇਜ਼ ਵੀ ਗਿਵ them a shared file। ਆਪਾਂ ਸਾਰਿਆਂ ਨੂੰ ਇੱਕ ਇਹਦੇ ਨਾਲ ਅਟੈਚ ਕਰਤਾ, ਇਹਨੂੰ ਵੀ ਇਹਦੇ ਨਾਲ ਅਟੈਚ ਕਰਤਾ, ਇਹਨੂੰ ਵੀ ਇਹਦੇ ਨਾਲ ਅਟੈਚ ਕਰਤਾ। ਹੁਣ ਸਾਰੇ ਦੀ ਕਾਮਨ ਇੱਕ ਸਟੋਰੇਜ ਹੈ, ਨੈਟਵਰਕ ਸ਼ੇਅਰ ਤਾਂ ਨਹੀਂ ਹੈਗਾ ਇਹ, ਕਾਮਨ ਨੈਟਵਰਕ ਸ਼ੇਅਰ ਜਿਹੜੀ ਹੁੰਦੀ ਹੈ ਡਰਾਈਵ, ਮਤਲਬ ਕਾਈਂਡ ਆਫ ਉਹੀ ਮੰਨ ਲਓ ਕਾਮਨ ਨੈਟਵਰਕ ਸ਼ੇਅਰ ਡਰਾਈਵ ਹੋ ਗਈ। ਆਪਾਂ ਇਹਦੇ 'ਚ ਇਹਨੂੰ Amazon ਫਾਈਲ ਸ਼ੇਅਰਡ ਫਾਈਲ ਸਿਸਟਮ ਬੋਲਦੇ ਆਂਗੇ, Amazon ਸ਼ੇਅਰਡ ਫਾਈਲ ਸਿਸਟਮ ਕਹਿੰਦੇ ਆ, ਠੀਕ ਹੈ, ਠੀਕ ਹੈ ਬ్రో, ਠੀਕ ਹੈ। ਤੇ ਇਹਨੂੰ ਵੀ ਆਪਾਂ ਇੱਕ ਰੂਟ ਵੋਲਿਊਮ ਨਹੀਂ ਬਣਾ ਸਕਦੇ, ਜਿਵੇਂ HDD ਨੂੰ ਨਹੀਂ ਬਣਾ ਸਕਦੇ, ਤਾਂ ਇਹਨੂੰ ਵੀ ਰੂਟ ਵੋਲਿਊਮ ਨਹੀਂ ਬਣਾ ਸਕਦੇ, ਯਾ ਬਿਲਕੁਲ bro, ਠੀਕ ਹੈ। ਓਕੇ, ਹੁਣ ਇੱਕ ਹੋਰ ਚੀਜ਼ ਹੁੰਦੀ ਆ, ਆਪਾਂ ਦੋ ਟਾਈਪ ਦੀ ਸਟੋਰੇਜ ਦੇਖ ਲਈ, ਇੱਕ ਹੋਰ ਟਾਈਪ ਦੀ ਸਟੋਰੇਜ ਹੁੰਦੀ ਹੈ, ਇਹਨੂੰ ਆਪਾਂ ਬੋਲਦੇ ਹਾਂ ਇੰਸਟੈਂਸ ਸਟੋਰ। ਓਕੇ ਭਾਈ, ਮੇਰਾ ਯਾਰ ਟਾਈਮ ਜਿਹਾ ਹੋ ਗਿਆ ਸੀਗਾ, ਬਸ ਠੀਕ ਹੈ ਵੀਰੇ, ਆਪਾਂ ਕੱਲ ਨੂੰ ਕਰ ਲੈਂਦੇ ਹਾਂ, ਹਨਾ, ਤੇ ਠੀਕ ਹੈ, ਬਸ ਠੀਕ ਹੈ, ਜ਼ਿਆਦਾ ਨਹੀਂ, ਨਹੀਂ, ਫਾਈਲ ਸਿਸਟਮ ਹੋ ਗਿਆ ਆਪਣਾ ਹਾਂਜੀ। ਕੰਪਲੀਟ ਹੈ, ਬਸ ਇਹਦੇ ਬਾਅਦ ਐਡਵਾਂਸ ਡਿਟੇਲ ਥੋੜੀ ਜਿਹੀ ਦੇਖਾਂਗੇ, ਤੇ ਕੱਲ ਨੂੰ ਆਪਣਾ ਇੰਸਟੈਂਸ ਲਾਂਚ ਕਰ ਦਾਂਗੇ, ਤੇ ਬਸ ਡਨ ਹੈ ਇਹ ਚੀਜ਼, ਆਪਾਂ ਨੂੰ ਹਰ ਇੱਕ ਚੀਜ਼ ਦਾ ਮਤਲਬ ਸਮਝ ਆ ਗਿਆ, ਠੀਕ ਹੈ। ਠੀਕ ਹੈ, ਮੈਂ ਟਰਾਈ ਕਰਦਾ, ਮੈਂ ਇਹਦੇ ਨੋਟਸ ਬਣਾ ਕੇ ਤੁਹਾਨੂੰ ਸ਼ੇਅਰ ਕਰਦਾ, ਠੀਕ ਆ, ਹਲੇ ਤਾਂ ਨਹੀਂ ਕਰ ਠੀਕ ਹੈ ਦੂੰਗਾ, ਵੀਰੇ। ਸੈਟਰਡੇ ਸੰਡੇ ਦੇਖੂੰਗਾ ਮੈਂ, ਕੋਈ ਤਾਂ ਕਿ ਨਹੀਂ, ਜਦੋਂ ਆਪਣੇ ਜਦੋਂ ਵੀ ਇੰਟਰਵਿਊ ਵਗੈਰਾ ਦੇਣ ਜਾਓ ਤਾਂ ਇੱਕ ਵਾਰ ਬੰਦਾ ਨਿਗਾਹ ਮਾਰ ਲੈਂਦਾ। ਯਾ ਬਿਲਕੁਲ bro, ਬਿਲਕੁਲ ਯੂ ਰਾਈਟ, ਵੀਰੇ ਅਸੀਂ ਵੀਡੀਓ ਅਪਲੋਡ ਕਰ ਰਹੇ ਹਾਂ ਚੈਨਲ ਤੇ ਆਪਣੇ। ਹਲੇ ਮੇਰੇ ਕੋਲ ਯਾਰ ਟਾਈਮ ਨਹੀਂ ਲੱਗਾ, ਇਸ ਮੈਂ ਥੋੜਾ ਜਿਹਾ ਬਿਜ਼ੀ ਹੋ ਗਿਆ ਸੀ, ਮੈਂ ਅੱਜ ਜਾਂ ਕੱਲ ਨੂੰ ਕਰ ਅੱਛਾ ਦੂੰਗਾ। ਜੀ, ਹਾਂ ਕੋਈ ਨਹੀਂ, ਭਾਵੇਂ ਵੀਕਐਂਡ ਤੇ ਕਰ ਦੋ, ਹਨਾ, ਮਤਲਬ ਮੈਂ ਬਸ ਹਾਂ, ਉਹ ਹਾਂ, ਕਹਿ ਰਿਹਾ ਸੀਗਾ ਬਸ, ਮੈਂ ਕਰ ਦੂੰ ਪਰ ਅਸੀਂ ਵੇਖ ਲਾਂਗੇ ਜੇ ਲੋੜ ਪਈ ਤਾਂ, ਠੀਕ ਹੈ ਜੀ। ਬਿਲਕੁਲ, ਠੀਕ ਹੈ, ਠੀਕ ਹੈ bro, ਓਕੇ ਮੇਰੇ ਵੀਰ, ਟੇਕ ਕੇਅਰ ਬਾਈ, ਸ਼ਾਮ ਨੂੰ ਮਿਲਦੇ Okay ਹਾਂ ਵੀਰੇ। 5 ਵਜੇ ਕਾਲ। ਠੀਕ ਹੈ ਬਾਈ।